ये ना करया करो। चलो कल लास्ट जेड़ा करते पे सीगे टॉपिक बेसिक हेडिंग अपना हैगा तुहाडे कोल जेड़ा आइसोथर्मल प्रोसेस और ये लास्ट ਆਪਾਂ ਜਿਹੜਾ ਇਹਦਾ ਕੰਪਲੀਟ ਕੀਤਾ ਸੀਗਾ ਇੱਕ ਇਹਦੀ ਆਪਣੇ ਕੋਲ ਆ ਗਈ ਸਟੈਂਡਰਡ ਡੈਫੀਨੇਸ਼ਨ ਆ ਗਈ ਠੀਕ ਹੈ ਫਿਰ ਇਹਦੀ ਐਸੈਂਸ਼ੀਅਲ ਕੰਡੀਸ਼ਨ ਆਪਣੇ ਕੋਲ ਆਣੀਆਂ ਵਾ ਉਹ ਹੁਣ ਕਰਾਂਗਾ ਗੱਲ ਨਾਲ ਇਹਦੇ ਫਿਰ ਆਪਾਂ ਇਹਦੀ ਐਗਜ਼ਾਮਪਲ ਕੀਤੀ ਸੀ ਤੇ ਇੱਕ ਇਹਦੀ ਮੈਥਮੈਟੀਕਲ ਇਕੁਏਸ਼ਨ ਸੀ मैथमेटिकल इक्वेशन ਸਾਡੇ ਕੋਲ ਆਈ ਸੀ ਕਿ PV कांस्टेंट ठीक है क्योंकि PV nRT है ਤੇ ਉਹਦੇ ਚ nRT ਮੇਰੇ ਕੋਲ गिवन गैस ਲਈ कांस्टेंट ਆ इसलिए प्रोडक्ट ऑफ प्रेशर एंड वॉल्यूम रिमेन टू बी कांस्टेंट ਇਹਦਾ ਮਤਲਬ ਆਪਾਂ ਲੈ ਕੇ ਚੱਲੀਏ ਆਪਣੇ ਕੋਲ ਆ ਜਾਏਗਾ P1 V1 P2 V2 यानी किसी एक प्रेशर और वॉल्यूम ते जो प्रोडक्ट आएगी यदि ठीक है दूसरे किसी प्रेशर और वॉल्यूम ते सेम प्रोडक्ट अपने कोल कहना जी आएगी जे अपना टेंपरेचर जेड़ा वो कांस्टेंट है क्या इन्नी गल क्लियर पहलो बेटा यस यस चल हुन इस तो अगे अपने कोल जे दी एसेंशियल कंडीशंस लईए कि भी किसी प्रोसेस नु आइसोथर्मल बनाना है ना ਤੇ ਉਹਦੇ ਲਈ ਆਪਣੇ ਕੋਲ ਐਸੈਂਸ਼ੀਅਲ ਕੰਡੀਸ਼ਨ ਕਿਹੜੀਆਂ ਹੈਗੀਆਂ ਤੇ ਖੁਦ ਇਹਦੇ ਵਿੱਚ ਦੋ ਮੇਨ ਐਸੈਂਸ਼ੀਅਲ ਕੰਡੀਸ਼ਨ ਚੱਲਦੀਆਂ ਆਪਣੀਆਂ ਠੀਕ ਹੈ ਨੰਬਰ 1 ਕਿ ਜਿਹੜਾ ਪ੍ਰੋਸੈਸ ਆਈਸੋਥਰਮਲ ਬਣਾਣਾ ਉਹਦੇ ਲਈ ਕੰਟੇਨਰ ਕਿੱਦਾਂ ਦਾ ਹੋਣਾ ਚਾਹੀਦਾ ਤੇ ਉਹ ਚ ਅਸੀਂ ਡਿਫਾਈਨ ਕਰਦੇ ਹਾਂ ਕਿ ਵੀ ਕੰਟੇਨਰ ਜਿਹੜਾ ਹੋਏਗਾ ठीक है ਜਿਹੜੇ ਕੰਟੇਨਰ ਦੇ ਅੰਦਰ ਅਸੀਂ SH ਆਈਸੋਥਰਮਲ ਐਕਸਪੈਂਸ਼ਨ और आइसोथर्मल कंप्रेशन करनी है मतलब ਅਸੀਂ ਪਿਸਟਨ ਨੂੰ ਉੱਪਰ ਚੁੱਕ ਕੇ ਗੈਸ ਦੀ ਐਕਸਪੈਂਸ਼ਨ ਜਾਂ ਪਿਸਟਨ ਨੂੰ ਡਾਊਨ ਲਿਆ ਕੇ ਦੀ ਕੰਪਰੈਸ਼ਨ ਕਰਨੀ ਹੈ ਦੋਨਾਂ ਹੀ ਕੇਸਿਸ ਦੇ ਅੰਦਰ ਜਿਹੜਾ ਕੰਟੇਨਰ ਹੋਏਗਾ ਇਹਦੀਆਂ ਵਾਲ ਤੇ ਇਹਦਾ ਬੇਸ ਜਿਹੜਾ ਵਾ ਠੀਕ ਹੈ that should be perfect conducting in nature ਇਹਦੀਆਂ ਵਾਲ ਜਿਹੜੀਆਂ ਨੇ ਇਹਦਾ ਬੇਸ ਜਿਹੜਾ ਵਾ ਉਹ ਮੈਨੂੰ ਪਰਫੈਕਟਲੀ ਕੰਡਕਟਿੰਗ ਨੇਚਰ ਦਾ ਚਾਹੀਦਾ ਯਾਨੀ ਪਹਿਲੀ ਕੰਡੀਸ਼ਨ ਇਹ ਹੋਏਗੀ कि walls of container must be perfectly conducting in nature पहले एक बारी दोनों कंडीशन लिख लिया बाद ਵਿੱਚ ਆਪਾਂ ਦੋਨੇ ਐਕਸਪਲੇਨ ਕਰਦੇ ਕੰਡੀਸ਼ਨ ਸੈਕਿੰਡ ਆਪਣੇ ਕੋਲ ਹੋਏਗਾ ਪ੍ਰੋਸੈਸ ਆਫ ਐਕਸਪੈਂਸ਼ਨ process of expansion or compression should be slow ठीक है कि ਜਿਹੜੀਆਂ ਵਾਲਸ ਨੇ ਉਹ ਪਰਫੈਕਟ ਕੰਡਕਟਿੰਗ ਨੇਚਰ ਦੀਆਂ ਚਾਹੀਦੀਆਂ ਜਿਹੜਾ ਆਪਣੇ ਕੋਲ ਪ੍ਰੋਸੈਸ ਆਫ ਐਕਸਪੈਂਸ਼ਨ ਤੇ ਕੰਪਰੈਸ਼ਨ ਆ ਉਹ ਬਹੁਤ ਸਲੋ ਹੋਣਾ ਚਾਹੀਦਾ बेटा ਇਹਦਾ ਕਾਜ਼ ਇਹ ਹੋਏਗਾ ਕਿ ਜਦੋਂ ਮੰਨ ਲਓ ਤੁਸੀਂ ਕਿਸੇ ਵੀ ਮੂਵਮੈਂਟ ਤੇ ਕਿਸੇ ਕੰਟੇਨਰ ਦੇ ਅੰਦਰ ਠੀਕ ਹੈ ਗੈਸ ਦੀ ਐਕਸਪੈਂਸ਼ਨ ਕਰਾਣੀ ਆ ਹਨਾ ਉਹਦੇ ਵਾਸਤੇ ਕਿਉਂਕਿ ਥੱਲੇੋਂ ਅਸੀਂ ਮੰਨਦੇ ਪਏ ਕਿ ਇਹਨੂੰ ਹੀਟ ਮਿਲਦੀ ਪਈ ਹੈ ਠੀਕ ਹੈ ਇਹਨੂੰ ਜਦੋਂ ਥੱਲੇੋਂ ਹੀਟ ਸਪਲਾਈ ਕਰਦਾ ਪਿਆ ਤੇ ਹੀਟ ਦੇ ਸਪਲਾਈ ਕਰਨ ਕਰਕੇ ਇਹਦਾ ਟੈਂਪਰੇਚਰ ਵਧਣਾ ਤੇ ਜੇ ਅਸੀਂ ਆਈਸੋਥਰਮਲ ਪ੍ਰੋਸੈਸ ਬਣਾ ਕੇ ਰੱਖਣਾ ਹਨਾ ਤੇ ਇਹਦਾ ਮਤਲਬ ਇਹਦਾ ਟੈਂਪਰੇਚਰ ਕਾਂਸਟੈਂਟ ਰੱਖਣਾ ਪਏਗਾ ਉਹਦੇ ਵਾਸਤੇ ਅਸੀਂ ਪਿਸਟਨ ਜਿਹੜਾ ਹੋਏਗਾ ਕੰਟੀਨਿਊਸਲੀ ਮੂਵਿੰਗ ਇਨ ਅਪਵਰਡ ਡਾਇਰੈਕਸ਼ਨ ਤੇ ਜੇ ਪਿਸਟਨ ਇਹਦਾ ਮੈਂ ਅਪਵਰਡ ਮੂਵ ਕਰਾਵਾਂਗਾ ਹਨਾ ਤੇ ਉਹਦੇ ਵਾਸਤੇ ਮੇਰੇ ਕੋਲ ਕੰਡੀਸ਼ਨ ਕੀ ਹੋਏਗੀ ਕਿ ਪਿਸਟਨ ਦੇ ਅਪਵਰਡ ਮੂਵ ਕਰਨ ਕਰਕੇ ਵੋਲਿਊਮ ਇਹਦਾ ਅੱਗੇ ਨਾਲੋਂ ਇਨਕਰੀਜ਼ ਹੁੰਦਾ ਜਾਏਗਾ ਪ੍ਰੈਸ਼ਰ ਇਹਦਾ ਅੱਗੇ ਨਾਲੋਂ ਡਿਕਰੀਜ਼ ਹੁੰਦਾ ਜਾਏਗਾ ਤੇ ਟੈਂਪਰੇਚਰ ਵੀ ਡਿਕਰੀਜ਼ ਕਰੇਗਾ ਕਿਉਂਕਿ ਪ੍ਰੈਸ਼ਰ ਟੈਂਪਰੇਚਰ ਨਾਲ ਡਾਇਰੈਕਟ ਲਿੰਕ ਹੋ ਕੇ ਚੱਲਣਾ ਇੰਨੀ ਗੱਲ ਸਮਝ ਲੱਗਦੀ ਪਈ यस सर यस सर यस सर ਇਹਦਾ ਮਤਲਬ ਜਦੋਂ ਇਹ ਸਾਰਾ ਪ੍ਰੋਸੈਸ ਕਰਾਣਾ ਜੇ ਕੰਟੇਨਰ ਦੀਆਂ ਵਾਲਸ ਕੰਟੇਨਰ ਦਾ ਬੇਸ ਜੇ ਕੰਡਕਟਿੰਗ ਨੇਚਰ ਦਾ ਨਹੀਂ ਹੋਇਆ ਹਨਾ ਇਹਦਾ ਮਤਲਬ ਇਹਨੇ ਹੀਟ ਐਬਜ਼ੌਰਬ ਹੀ ਨਹੀਂ ਕਰਨੀ ਠੀਕ ਹੈ ਇਹਦਾ ਮਤਲਬ ਇਹਨੇ ਇਸ ਸਿਸਟਮ ਨੇ ਕੋਈ ਸਰਾਊਂਡਿੰਗ ਤੋਂ ਹੀਟ ਨਹੀਂ ਲੈਣੀ ਤੇ ਜੇ ਸਰਾਊਂਡਿੰਗ ਤੋਂ ਹੀਟ ਨਾ ਲਿੱਤੀ ਤੇ ਜੇ ਮੈਂ ਕੱਲੀ ਐਕਸਪੈਂਸ਼ਨ ਕਰਾ ਦਿੱਤੀ ਤੇ ਮੇਰੀ ਗੈਸ ਠੰਡੀ ਹੋ ਜਾਣੀ ठीक है ना जे मैं ये लेना कि भी कंटेनर दियां वॉल कंटेनर दा बेस इंसुलेटिंग आ ते उस मोमेंट ते जदों मैं इहदी एक्सपेंशन करावांगा एक्सपेंशन करा ली प्रेशर घट गया टेंपरेचर घट गया वॉल्यूम बढ़ गया
ਤੇ ਇਸ ਪ੍ਰੋਸੈਸ ਦੇ ਅੰਦਰ ਥੱਲੇੋਂ ਹੀਟ ਲੈ ਹੀ ਨਹੀਂ ਪਾਇਆ, ਸਰਾਊਂਡਿੰਗ ਤੋਂ ਹੀਟ ਲੈ ਹੀ ਨਹੀਂ ਪਾਇਆ, ਤੇ ਉਸ ਇਨਸਟੈਂਟ ਦੇ ਉੱਤੇ ਗੈਸ ਦਾ ਟੈਂਪਰੇਚਰ ਫਾਲ ਕਰੇਗਾ। ਤੇ ਜੇ ਟੈਂਪਰੇਚਰ ਫਾਲ ਕਰਦਾ ਪਿਆ ਫਿਰ ਪ੍ਰੋਸੈਸ ਆਈਸੋਥਰਮਲ ਹੈ ਨਹੀਂ। ਇਹਦਾ ਮਤਲਬ ਇਹ ਹੋ ਗਿਆ ਕਿ ਨਾਲੋਂ ਨਾਲ ਬॉल ਦੇ ਥਰੂ ਜਾਂ ਬੇਸ ਦੇ ਥਰੂ ਹੀਟ ਲੈ ਪਾਵੇ, ਠੀਕ ਹੈ, ਉਹ ਤਦੇ ਹੀ ਪੋਸੀਬਲ ਆ ਜੇ ਕੰਟੇਨਰ ਦੀਆਂ ਬॉल ਜਿਹੜੀਆਂ ਨੇ ਉਹ ਮੇਰੇ ਕੋਲ ਪਰਫੈਕਟ ਕੰਡਕਟਿੰਗ ਨੇਚਰ ਦੀਆਂ। ਜੇ ਉਹ ਕੰਡਕਟਿੰਗ ਨੇਚਰ ਨਹੀਂ ਹੈਗੀ ਫਿਰ ਉਹਨੇ ਹੀਟ ਐਕਸਚੇਂਜ ਨਹੀਂ ਕਰਨੀ, ਫਿਰ ਹੀਟ ਨਹੀਂ ਲੈ ਪਾਣੀ। ਤੇ ਅਸੀਂ ਕਹਿੰਦੇ ਪਏ ਕਿ ਸਿਸਟਮ ਸਰਾਊਂਡਿੰਗ ਦੇ ਨਾਲ ਹੀਟ ਆਪਣੀ ਐਕਸਚੇਂਜ ਕਰੇ। ਸਿਮਿਲਰ ਐਗਜ਼ਾਮਪਲ ਆਪਣੇ ਕੋਲ ਕੰਪਰੈਸ਼ਨ ਵੇਲੇ ਵੀ ਆਏਗੀ। ਜੇ ਮੇਰੇ ਕੋਲ ਕੰਟੇਨਰ ਦੀਆਂ ਬॉल ਤੇ ਬੇਸ ਨਾਨ ਕੰਡਕਟਿੰਗ ਹੁੰਦਾ ਤੇ ਮੰਨ ਲਓ ਤੁਸੀਂ ਇਹਦੀ ਪਿਸਟਨ ਦੀ ਕੰਪਰੈਸ਼ਨ ਕਰਦੇ ਪਏ ਹੋ, ਤੁਸੀਂ ਪਿਸਟਨ ਡਾਊਨ ਮੂਵ ਕਰਾ ਰਹੇ ਹੋ, ਕੀ ਹੋਏਗਾ ਇਹਦੇ ਨਾਲ? Volume decrease. वॉल्यूम घटेगा, प्रेशर increase Increase. प्रेशर ਦੇ ਵਧਣ ਕਰਕੇ ਟੈਂਪਰੇਚਰ ਵੀ Increase. ਹੋਏਗਾ। ਤੇ ਜੇ ਬॉल ਇਹਦੀਆਂ ਨਾਨ ਕੰਡਕਟਿੰਗ ਹੋਈਆਂ ਇਹਦੇ ਨਾਲ ਸਰਾਊਂਡਿੰਗ ਨੂੰ ਕੋਈ ਹੀਟ ਜਾਣੀ ਨਹੀਂ। ਜੇ ਬੇਸ ਇਹਦਾ ਨਾਨ ਕੰਡਕਟਿੰਗ ਹੋਇਆ ਬੇਸ ਤੋਂ ਥੱਲੇ ਹੀਟ ਜਾਣੀ ਨਹੀਂ, ਇਹਦੇ ਨਾਲ ਉਹ ਹੀਟ ਵਿਦਿਨ ਦਾ ਕੰਟੇਨਰ ਜਦੋਂ ਰਹੇਗੀ ਤੇ ਉਹ ਇਹਦਾ ਟੈਂਪਰੇਚਰ ਅੱਗੇ ਨਾਲੋਂ ਇਨਕਰੀਜ਼ ਕਰ ਦੋ। बेटे Yes, sir. ठीक है बच्चे, Yes, sir. ਇਹਦਾ ਮਤਲਬ Yes, sir. ਤੁਹਾਡੇ ਕੋਲ ਜਿਹੜਾ ਐਸ ਸੱਚ ਕੰਟੇਨਰ ਚਾਹੀਦਾ ਉਹਦੀ ਪਹਿਲੀ ਕੰਡੀਸ਼ਨ ਫਿਰ ਇਹ ਆ ਕਿ ਕੰਟੇਨਰ ਦੀਆਂ ਬॉल ਜਿਹੜੀਆਂ ਨੇ ਤੇ ਬੇਸ ਜਿਹੜਾ ਉਹ ਪਰਫੈਕਟ ਕੰਡਕਟਿੰਗ ਨੇਚਰ ਦਾ ਹੋਵੇ ਤਾਂ ਕਿ ਫ੍ਰੀ ਐਕਸਚੇਂਜ ਆਫ ਅ ਹੀਟ ਵਿਦ ਸਰਾਊਂਡਿੰਗ ਹੋ ਸਕੇ। ਕਲੀਅਰ ਹੈ ਪਹਿਲੀ ਕੰਡੀਸ਼ਨ? yes Yes, sir. ਜੀ ਕੰਡੀਸ਼ਨ ਇਹ ਹੈਗੀ ਬੇਟਾ ਕਿ ਵੀ ਜਿਹੜਾ ਕੰਪਰੈਸ਼ਨ ਜਾਂ ਐਕਸਪੈਂਸ਼ਨ ਕਰਾਣੀ ਇਟ ਸ਼ੁੱਡ ਬੀ ਪ੍ਰੋਸੀਡ ਐਟ ਅ ਵੈਰੀ ਸਲੋ ਸਪੀਡ। ਉਹਦਾ ਮਤਲਬ ਇਹ ਹੋਏਗਾ ਜੇ ਕੰਟੇਨਰ ਦੀਆਂ ਬॉल ਤੇ ਬੇਸ ਪਰਫੈਕਟ ਕੰਡਕਟਿੰਗ ਨਹੀਂ ਵੀ ਹੈਗਾ ਬਟ ਯੂ ਆਰ ਡੂਇੰਗ ਦਾ ਪ੍ਰੋਸੈਸ ਐਟ ਵੈਰੀ ਸਲੋ ਸਪੀਡ। ਆਪਾਂ ਕੱਲ ਇੱਕ ਵਰਡ ਕੀਤਾ ਸੀ ਕੁਆਸੀ ਸਟੈਟਿਕ। ਕੁਆਸੀ ਸਟੈਟਿਕ ਹੈ ਸੀ ਨੀਅਰ ਟੂ ਆਈਡੀਅਲ, ਮਤਲਬ ਤੁਸੀਂ ਇਹਨੂੰ ਇੰਨੀ ਕੁ ਸਲੋ ਸਪੀਡ ਤੇ ਮੂਵ ਕਰਾਣੇ ਪਏ ਹੋ ਪਿਸਟਨ ਨੂੰ ਕਿ ਵੀ ਜੇਕਰ ਐਸਾ ਤੁਸੀਂ ਕੰਪਰੈਸ਼ਨ ਜਲਦੀ ਕਰ ਦਿੱਤੀ, ਐਕਸਪੈਂਸ਼ਨ ਜਲਦੀ ਕਰ ਦਿੱਤੀ, ਇਹਨਾਂ ਦੋਨਾਂ ਕੇਸ 'ਚ ਕੀ ਹੋਇਆ ਉਨੀ ਜਲਦੀ ਸਰਾਊਂਡਿੰਗ ਨਾ ਹੀਟ ਨਾ ਇਹ ਲੈ ਪਾਇਆ ਨਾ ਛੱਡ ਪਾਇਆ। ਠੀਕ ਆ, ਤੇ ਜੇ ਹੀਟ ਨਾ ਜਲਦੀ ਲੈ ਪਾਇਆ ਤੇ ਨਾ ਛੱਡ ਪਾਇਆ ਤੇ ਦੋਨਾਂ ਹੀ ਕੇਸਿਸ ਦੇ ਅੰਦਰ ਜੇ ਐਕਸਪੈਂਸ਼ਨ ਹੋ ਗਈ ਤੇ ਟੈਂਪਰੇਚਰ ਘਟ ਜਾਣਾ, ਜੇ ਕੰਪਰੈਸ਼ਨ ਫਾਸਟ ਹੋ ਗਈ ਤੇ ਟੈਂਪਰੇਚਰ ਵੱਧ ਜਾਣਾ। ਇਹਦਾ ਮਤਲਬ ਆ ਪ੍ਰੋਸੈਸ ਮੇਰਾ ਆਈਸੋਥਰਮਲ ਨਹੀਂ ਰਹੇਗਾ। ਇਹਦਾ ਮਤਲਬ ਆਈਸੋਥਰਮਲ ਪ੍ਰੋਸੈਸ ਨੂੰ ਮੇਨਟੇਨ ਕਰਨ ਵਾਸਤੇ ਜਿਹੜਾ ਪ੍ਰੋਸੈਸ ਆਫ ਕੰਪਰੈਸ਼ਨ ਹੋਏਗਾ ਜਾਂ ਜਿਹੜਾ ਪ੍ਰੋਸੈਸ ਆਫ ਐਕਸਪੈਂਸ਼ਨ ਹੋਏਗਾ it should be proceed at such a speed enough time is available to exchange the heat of the system with the surrounding ਦੇ ਨਾਲ ਇਹਨੂੰ ਆਪਣੀ ਹੀਟ ਐਕਸਚੇਂਜ ਕਰਨ ਲਈ ਪੂਰਾ ਟਾਈਮ ਮਿਲੇ ਤਾਂ ਕਿ ਇਹ ਆਪਣੀ ਹੀਟ ਸਰਾਊਂਡਿੰਗ ਨਾਲ ਐਕਸਚੇਂਜ ਕਰਕੇ ठीक है अपना टेंपरेचर कांस्टेंट बनाई रखे। ठीक है, ਇਹਦੇ ਵਾਸਤੇ ਜਿਹੜੀ ਕੰਟੇਨਰ ਦੀਆਂ ਬॉल ਤੇ ਬੇਸ ਆ ਉਹ ਕੰਡਕਟਿੰਗ ਚਾਹੀਦਾ ਤੇ ਪ੍ਰੋਸੈਸ ਆਫ ਕੰਪਰੈਸ਼ਨ ਤੇ ਐਕਸਪੈਂਸ਼ਨ ਜਿਹੜਾ ਉਹ ਸਲੋ ਸਪੀਡ ਤੇ ਹੋਣਾ ਚਾਹੀਦਾ। क्या ਆ ਦੋਨੋਂ ਕੰਡੀਸ਼ਨ ਕਲੀਅਰ ਆ? yes sir Yes, sir. क्या ਇਹਨਾਂ ਦੋ ਕੰਡੀਸ਼ਨ ਦੇ ਅੰਦਰ ਕਿਸੇ ਨੂੰ ਕੋਈ ਡਾਊਟ ਹੈ ਬੇਟਾ? ਕਿੰਨਾ ਕਲੀਅਰ ਆ? Clear, sir. Yes, sir. Yes, sir. ਹੁਣ ਇਹਦੇ ਬਿਹਾਫ ਦੇ ਉੱਤੇ ਕੰਡੀਸ਼ਨ ਆ ਗਈਆਂ। ਨੈਕਸਟ ਆਪਣਾ ਟੌਪਿਕ ਜਿਹੜਾ ਇਹ ਤੋਂ ਬਣਨਾ ਵਾ, ਠੀਕ ਹੈ, ਉਹ ਹੈਗਾ ਆਪਣੇ ਕੋਲ ਜੀ expression for work done during isothermal expansion। ਜੇ ਤੁਸੀਂ ਕਿਸੇ ਕੰਟੇਨਰ ਦੇ ਅੰਦਰ ਕਿਸੇ ਗੈਸ ਦੀ ਆਈਸੋਥਰਮਲ ਐਕਸਪੈਂਸ਼ਨ ਕਰਦੇ ਹੋ ਤੇ ਅਸੀਂ ਕਹਿੰਦੇ ਜੇ ਇਹਦੇ ਪਿਸਟਨ ਅਸੀਂ ਅਪਵਰਡ ਮੂਵ ਕਰਾਣੇ ਪਏ ਤੇ ਜਦੋਂ ਪਿਸਟਨ ਅਪਵਰਡ ਮੂਵ ਕਰਦਾ ਤੇ ਇਸ ਪ੍ਰੋਸੈਸ ਦੇ ਅੰਦਰ ਜਿਹੜਾ ਗੈਸ ਨੇ ਵਰਕ ਕੀਤਾ ਬੇਟਾ, ਜਦੋਂ ਪਿਸਟਨ ਉੱਪਰ ਨੂੰ ਮੂਵ ਕਰਨਾ ਤਾਂ ਵਰਕ ਇਜ਼ ਡਨ ਬਾय ਦਾ ਗੈਸ। ਔਰ ਇਹ ਧਿਆਨ ਰੱਖਿਓ ਕੈਮਿਸਟਰੀ ਚ ਜਿਹਨੇ ਥਰਮੋ ਪੜ੍ਹੀ ਹੋਈ ਆ ਵਰਕ ਡਨ ਬਾय ਦਾ ਤੇ ਵਰਕ ਡਨ ਔਨ ਦਾ ਗੈਸ, ਇਹ ਦੋ ਸਾਈਨ ਕਨਵੈਨਸ਼ਨ ਕੈਮਿਸਟਰੀ ਨਾਲੋਂ ਰਿਵਰਸ ਆਂਦੀਆਂ ਵਾ। ਆਪਾਂ ਨੂੰ ਮੈਥਮੈਟਿਕਲੀ ਪ੍ਰੂਵ ਕਰਕੇ ਦਵਾਂਗੇ। वर्क डन बाय द गैस फिजिक्स ਦੇ ਅੰਦਰ ਪੋਜ਼ਿਟਿਵ ਗਿਣਿਆ ਜਾਏਗਾ, वर्क डन ऑन द गैस ਕਹਿੰਦਾ ਜੀ ਫਿजिक्स ਦੇ ਅੰਦਰ 네ਗੇਟਿਵ ਗਿਣਿਆ ਜਾਏਗਾ।
ਤੇ ਕੈਮਿਸਟਰੀ ਚ ਸਾਈਨ ਕਨਵੈਨਸ਼ਨ ਰਿਵਰਸ ਚੱਲਦੀ ਹੈ ਤੁਹਾਡੀ, ਠੀਕ ਹੈ। ਸੋ ਵਰਕ ਡਨ ਡਿਊਰਿੰਗ ਆਈਸੋਥਰਮਲ ਐਕਸਪੈਂਸ਼ਨ, ਇਹਦਾ ਜੇ ਆਪਾਂ ਫਾਰਮੂਲਾ ਡਰਾਈਵ ਕਰਨਾ, ਇਹਨੂੰ ਇਤੋਂ ਸ਼ੁਰੂ ਕਰ ਰਹੇ ਕਿ ਇੱਕ ਕੰਟੇਨਰ ਆ, ਠੀਕ ਹੈ। ਇਸ ਕੰਟੇਨਰ ਦੇ ਅੰਦਰ ਤੁਸੀਂ ਕਿਸੇ ਇੱਕ ਗੈਸ ਦਾ 1 ਗ੍ਰਾਮ ਮੋਲ ਅਸੀਂ ਇਹਦੇ ਅੰਦਰ ਫਿਲ ਕੀਤਾ ਹੋਇਆ, ਮਤਲਬ ਅਸੀਂ ਇਹਦੇ ਅੰਦਰ 1 ਗ੍ਰਾਮ ਮੋਲ, ਮਤਲਬ ਉਹਦਾ ਮੋਲਰ ਮਾਸ ਜਿਹੜਾ ਗੈਸ ਦਾ ਵਾ ਉਹ 1 ਗ੍ਰਾਮ ਰੱਖਦੇ ਪਏ, ਠੀਕ ਗੱਲ ਸਮਝ ਲੱਗਦੀ ਪਈ ਬੇਟਾ? Yes. ਆਪਾਂ 1 ਮੋਲ ਲੈਣ ਲੱਗੇ ਗੈਸ ਦਾ, ਔਰ ਉਸ 1 ਮੋਲ ਦਾ 1 ਗ੍ਰਾਮ ਮਾਸ ਕੰਸੀਡਰ ਕਰਦੇ ਪਏ, ਜਿਹੜੀ ਇਸ ਕੰਟੇਨਰ ਚ ਫਿਲ ਕੀਤੀ ਆ, ਉਹਦਾ ਇਨੀਸ਼ੀਅਲ ਪ੍ਰੈਸ਼ਰ P1, ਵੋਲੀਅਮ V1 ਤੇ ਟੈਂਪਰੇਚਰ ਉਹਦਾ T ਆ, ਇਹਨੂੰ T1 ਨਹੀਂ ਲਿਖ ਰਿਹਾ, ਕਾਰਨ ਆਈਸੋਥਰਮਲ ਪ੍ਰੋਸੈਸ ਆ। ਆਈਸੋਥਰਮਲ ਪ੍ਰੋਸੈਸ ਦੇ ਅੰਦਰ ਟੈਂਪਰੇਚਰ ਤਾਂ ਮੇਰਾ ਫਿਕਸ ਹੀ ਰਹਿਣਾ। ਹੁਣ ਜੇ ਇਸ ਮੂਵਮੈਂਟ ਤੇ ਅਸੀਂ ਇਸ ਕੰਟੇਨਰ ਦੇ ਅੰਦਰ ਕਹੀਏ ਕਿ ਵੀ ਪਿਸਟਨ ਅਪਵਰਡ ਮੂਵ ਕਰ ਰਿਹਾ, ਤੇ ਜੇ ਪੁੱਤ ਪਿਸਟਨ ਮੇਰਾ ਅਪਵਰਡ ਮੂਵ ਕਰੇਗਾ, ਜੇ ਪਿਸਟਨ ਮੇਰਾ ਅਪਵਰਡ ਮੂਵ ਕਰੇਗਾ ਤੇ ਲੈਟ ਪਿਸਟਨ ਦੀ ਆਪਣੀ ਥਾਂ ਤੋਂ ਅਸੀਂ dx ਡਿਸਪਲੇਸਮੈਂਟ ਕਰਾਈਏ, ਜਿਹੜੀ ਪਿਸਟਨ ਸਮਾਲ ਅਸੀਂ ਮੰਨਿਆ ਅਪਵਰਡ ਡਿਸਪਲੇਸ ਹੋਇਆ, ਤੇ ਜਦੋਂ ਪਿਸਟਨ ਥੋੜਾ ਜਿਹਾ ਅਪਵਰਡ ਡਿਸਪਲੇਸ ਹੋਏਗਾ, ਜਿਹੜੀ ਗੈਸ ਮੇਰੀ ਇੰਨੇ ਵੋਲੀਅਮ ਚ ਆ, ਪਿਸਟਨ ਦੇ ਐਕਸਪੈਂਸ਼ਨ ਕਰਕੇ ਗੈਸ ਦਾ ਵੋਲੀਅਮ ਵਧੂ। Yes. Yes, sir. ਬੇਟੇ ਹੈਗੇ ਸਾਰੇ ਜਾਣੇ ਨਾ? Yes, Yes, sir. ਬੇਟੇ ਉਹਦੇ ਵਿੱਚ ਬੋਲ ਪਿਆ ਕਰੋ, ਮਾੜਾ ਜਿਹਾ ਰਿਸਪੌਂਸ ਜ਼ਰੂਰ ਕਰ ਲਿਆ ਕਰੋ। ਇਹਦਾ ਮਤਲਬ ਜਦੋਂ ਪਿਸਟਨ ਨੂੰ ਅਪਵਰਡ ਡਿਸਪਲੇਸ ਕਰਾਂਗੇ, ਜਦੋਂ ਪਿਸਟਨ ਅਪਵਰਡ ਡਿਸਪਲੇਸ ਕਰਾਂਗੇ ਬਾਈ ਅ ਸਮਾਲ ਡਿਸਪਲੇਸਮੈਂਟ dx, ਤੇ ਸਮ ਵਰਕ ਹੈਜ਼ ਟੂ ਬੀ ਡਨ। ਇਹਦਾ ਮਤਲਬ ਪਿਸਟਨ ਨੂੰ ਉੱਪਰ ਚੁੱਕਣ ਲਈ ਕੁਝ ਵਰਕ ਹੁੰਦਾ ਪਿਆ ਬੇਟਾ। Yes, sir. Yes, sir. ਅਸੀਂ ਕੈਲਕੂਲੇਟ ਕਰਨਾ ਉਹ ਵਰਕ ਦੀ ਵੈਲਿਊ ਕਿੰਨੀ ਹੈ, ਠੀਕ ਹੈ। ਉਹਦੇ ਲਈ ਆਪਾਂ ਥਿਊਰੀ ਵਾਈਜ਼ ਜੇ ਲਿਖ ਕੇ ਚੱਲੀਏ ਤਾਂ ਅਸੀਂ ਡਿਫਾਈਨ ਹੀ ਕਰਦੇ ਮੈਂ, ਕੰਸੀਡਰ 1 gram mole of an ideal gas, ठीक है, ਜਿਹਦਾ ਇਨੀਸ਼ੀਅਲ ਪ੍ਰੈਸ਼ਰ, ਵੋਲੀਅਮ ਤੇ ਟੈਂਪਰੇਚਰ ਮੇਰੇ ਕੋਲ ਡਿਫਾਈਨਡ ਆ। ਜਦੋਂ ਪਿਸਟਨ ਇਹਦਾ ਅਪਵਰਡ ਡਿਸਪਲੇਸ ਕਰਾਂਗਾ, ਇਹਦਾ ਪ੍ਰੈਸ਼ਰ, ਵੋਲੀਅਮ ਅੱਗੇ ਨਾਲੋਂ ਚੇਂਜ ਹੋ ਜਾਣਾ। ਆਪਾਂ ਡਿਫਾਈਨ ਕਰ ਦਿੰਦੇ ਲੈਟ P1, V1, T, P2, V2 and T, क्योंकि टेम्परेचर का चेंज नहीं होना, ठीक है। Be the initial and final values of pressure, volume and temperature of the given system, ठीक है जी। वेरिएबल डिफाइंड है, वेरिएबल क्लियर है बच्चे सारे? Yes, sir. Yes, sir. चल ਹੁਣ ਇਸ ਇਨਸਟੈਂਟ ਤੇ ਪਿਸਟਨ ਨੂੰ ਅਪਵਰਡ ਮੂਵ ਕਰਨੇ ਸੀ ਕਿੰਨੇ ਜੀ, ਜੇ ਅਸੀਂ ਵਰਕ ਕੈਲਕੂਲੇਟ ਕਰਨਾ ਤੇ ਜੇ ਸਮਾਲ ਡਿਸਪਲੇਸਮੈਂਟ ਕਰਾਈ ਆ ਤੇ ਮਤਲਬ ਸਮਾਲ ਵਰਕ ਕੈਲਕੂਲੇਟ ਕਰ ਲਾਂਗੇ। let dw be the amount of work done। ਉਹਦੇ ਇੱਕ ਟੌਪਿਕ ਦੇ ਅੰਦਰ ਮੈਂ ਥਿਊਰੀ ਲਿਖ ਕੇ ਦਿਖਾ ਦੇਣੀ, ਮੁੜ ਕੇ ਆਪਾਂ ਐਡੀਆਬੈਟਿਕ ਚ ਵੀ ਸੇਮ ਡੈਰੀਵੇਸ਼ਨ ਆ, ਇਸ ਲਈ ਵਰਡ ਰਿਪੀਟ ਨਹੀਂ ਉਦੋਂ ਕਰਾਂਗੇ, ਠੀਕ ਹੈ ਬੱਚੇ। let dw be the amount of work done in moving the piston, through small displacement dx and is given by work done ਦਾ ਫਾਰਮੂਲਾ ਬੋਲੋ ਜੀ ਕੀ ਹੁੰਦਾ? work done ਦਾ ਫਾਰਮੂਲਾ Force into displacement. Force into perpendicular distance. ਅਸੀਂ ਕਹਿੰਦੇ ਜੀ ਪਿਸਟਨ ਦੇ ਉੱਤੇ ਅਪਵਰਡ ਲਿਫਟ ਕਰਨ ਲਈ ਗੈਸ ਨੇ ਜਿਹੜੀ ਫੋਰਸ ਲਾਈ ਆ ਉਹ ਮੰਨ ਲਓ F ਫੋਰਸ ਲਾਈ ਆ, ਠੀਕ ਹੈ, ਔਰ dx ਉਹਦੀ ਡਿਸਪਲੇਸਮੈਂਟ ਆ। ਹੁਣ ਬੇਟਾ ਜਿਹੜੀ ਫੋਰਸ ਆ ਉਹ ਵੀ ਅਪਵਰਡ ਲੱਗੇਗੀ, ਡਿਸਪਲੇਸਮੈਂਟ ਵੀ ਅਪਵਰਡ ਹੋਏਗੀ, ਇਸ ਲਈ ਡਾਟ ਪ੍ਰੋਡਕਟ ਜੇ ਸੋਲਵ ਕਰੀਏ ਤੇ ਐਂਗਲ 0 ਡਿਗਰੀ ਆ ਜਾਊ। Yes, sir. ਤੇ cos 0 ਆਪਣਾ 1 ਨਿਕਲ ਜਾਣਾ, ਇਹ ਮਤਲਬ ਆਪਣੇ ਕੋਲ ਜਿਹੜਾ ਵਰਕ ਆ ਗਿਆ
dw equal to fdx ਆ ਜਾਏਗਾ। ਠੀਕ ਹੈ, ਤੁਸੀਂ ਫੋਰਸ ਨੂੰ ਜਦੋਂ ਡਿਫਾਈਨ ਕਰਨਾ ਸਿਸਟਮ ਵਾਸਤੇ ਹਮੇਸ਼ਾ ਸੇ ਇਹਨੂੰ ਪ੍ਰੈਸ਼ਰ ਦੀ ਫਾਰਮ ਚ ਡਿਫਾਈਨ ਕਰਾਂਗੇ। ਇਸ ਲਈ ਫੋਰਸ ਦੀ ਥਾਂ ਤੇ ਜੇ ਮੈਂ ਲਿਖਾਂ ਤੇ ਫੋਰਸ ਨੂੰ ਪ੍ਰੈਸ਼ਰ ਇਨਟੂ ਏਰੀਆ ਲਿਖ ਸਕਦੇ ਹੋ ਜੀ। Yes, sir. क्या आ स्टेप क्लियर है? Yes, sir. Yes, sir. सो फोर्स ਨੂੰ ਅਸੀਂ ਪ੍ਰੈਸ਼ਰ ਇਨਟੂ ਏਰੀਆ ਦੀ ਫਾਰਮ ਚ ਡਿਫਾਈਨ ਕੀਤਾ। A ਮੇਰੇ ਕੋਲ ਏਰੀਆ ਤੇ dx ਮੇਰੀ ਡਿਸਪਲੇਸਮੈਂਟ ਆ, ਤੇ ਜੇ ਏਰੀਆ ਨੂੰ ਸਮਾਲ ਡਿਸਪਲੇਸਮੈਂਟ ਨਾਲ ਮਲਟੀਪਲਾਈ ਕਰਾਂ ਤੇ ਵੋਲਿਊਮ ਦੀ ਸਮਾਲ ਚੇਂਜ ਆ ਜਾਊ। Yes, sir. ਇਹਦਾ Yes, sir. ਮਤਲਬ Yes, sir. ਇੰਨੀ ਟਰਮ ਡਿਫਾਈਨ ਕਰਾਂ A into dx ਨੂੰ, but A into dx that define the small change in volume dv। ठीक है, ये नीचे डिफाइन कर लो, ये मेरे को स्मॉल चेंज इन वॉल्यूम आ जाएगा। ठीक है, देयरफॉर अपने को जो वर्क की वैल्यू आ वो p into dv आ जाए। क्या आ इक्वेशन क्लियर है जी? Yes, sir. Yes, sir. Yes, sir. इतना दिमाग च रखियो, एडियाबैटिक प्रोसेस होया, एडियाबैटिक प्रोसेस होया तामी आ चीज इदा दी इदी आनी। इस तो अगली कंडीशन पे जाके ਅਸੀਂ ਚੇਂਜ ਕਰਨਾ ਆर्टिकल। ਸੋ ਪੁੱਤ ਐਡੀਆਬੈਟਿਕ ਦੀ ਸਟਾਰਟਿੰਗ ਥਿਉਰੀ ਤੇ ਇਹਦੀ ਇੱਥੇ ਤੱਕ ਤੇ ਸੇਮ ਆ, ਇੱਥੇ ਜਾ ਕੇ ਆਪਾਂ p ਦੀ ਵੈਲਿਊਜ਼ ਡਿਫਰੈਂਟ ਕੰਡੀਸ਼ਨਸ ਭਰਨੀ। ਹੁਣ ਇਸ ਲਈ ਆਪਣਾ ਪ੍ਰੋਸੈਸ ਕਿਹੜਾ ਸੀ? Isothermal. Isothermal. ਤੇ ਆਪਾਂ ਉਹਦੇ ਅਕੋਰਡਿੰਗਲੀ ਇੱਥੇ ਵੈਲਿਊ ਪੁੱਟ ਅਪ ਕਰਨੀ ਆ। ਵੀ ਨੋ ਦੈਟ pv equal to nRT। ठीक है, ਆਪਾਂ ਨੰਬਰ ਆਫ ਮੋਲ ਜਿਹੜੇ ਆ ਉਹ 1 ਲਿੱਤਾ ਵਾ। ठीक है जी, नंबर ऑफ मोल मेरे को 1 डिफाइंड है। ठीक है, ਉਹਦੇ ਅਕੋਰਡਿੰਗਲੀ ਆਪਾਂ ਇੱਕ ਇਹਦੀ ਕੰਡੀਸ਼ਨ ਬਣਾਣੀ ਆ। क्या इन्नी कंडीशन क्लियर है? सर Yes, sir. सर ADX is equal to DV कितना है? ਉਹਦੇ ਏਰੀਆ ਇਨਟੂ ਡਿਸਪਲੇਸਮੈਂਟ, ਏਰੀਆ ਮੀਟਰ ਸਕੁਅਰ ਹੋ ਗਿਆ, dx ਮੇਰੀ ਡਿਸਪਲੇਸਮੈਂਟ ਆ ਦੇਖੋ ਨਾ। ਜੇ ਆ ਮੇਰੇ ਕੰਟੇਨਰ ਚ ਗੈਸ ਫਿਲਡ ਆ, ਇਸ ਵੇਲੇ ਇਹ ਮੇਰੇ ਦੋ ਹੱਥਾਂ ਦੇ ਵਿੱਚ ਜੋ ਗੈਸ ਦਾ ਵੋਲਿਊਮ ਆ, ਜੇ ਮੈਂ ਉੱਪਰਲੇ ਹੱਥ ਨੂੰ 1 ਸੈਂਟੀਮੀਟਰ ਉੱਪਰ ਕਰਾਂ ਹਨਾ, ਤੇ 1 ਸੈਂਟੀਮੀਟਰ ਉੱਪਰ ਕਰਨਾ ਗੈਸ ਅੱਗੇ ਨਾਲੋਂ ਹੋਰ ਵੋਲਿਊਮ ਚ ਐਕਸਪੈਂਡ ਹੋਏਗੀ। Yes sir. ਇਹਦਾ ਮਤਲਬ ਹੈ ਜੇ ਏਰੀਆ ਇਨਟੂ ਡਿਸਪਲੇਸਮੈਂਟ ਲਵਾਂ ਤੇ ਏਰੀਆ ਇਨਟੂ ਡਿਸਪਲੇਸਮੈਂਟ ਵੋਲਿਊਮ ਹੀ ਬਣੇਗਾ। Yes sir. ठीक है, एरिया हो गया मीटर स्क्वायर, आ हो गया मीटर च, ते मीटर स्क्वायर इनटू मीटर, मीटर क्यूब मेरा वॉल्यूम आ गया। क्लियर है? Okay sir. Yes sir. चल इथों p दी वैल्यू काट दो, देयरफॉर इथों p दी वैल्यू आ गई RT/V और इनु इक्वेशन 1 दे अंदर पुट अप कर दियो ते अपने को रिजल्ट बन जाएगा dw इक्वल टू RT/V into dV। अब तो मेरे को स्मॉल के अंदर जी एज सच वॉल्यूम दी चेंज की स्मॉल वर्क आ गया है ना, ते जे मैं इस वे ना टोटल वर्क कढना वा ते इनो ਆਪਾਂ ਕੀ ਕਰ ਲਾਂਗੇ? Integrate. कर दो। ठीक है, यानी नेक्स्ट लाइन से चलिए, से अपन नीचे डिफाइन कर देंगे टू कैलकुलेट टोटल वर्क डन। To calculate total work done, ठीक है, in changing the volume, in changing the volume from V1 to V2, integrate equation 2, integrate equation 2 with the limits। ठीक है, तेनों इंटीग्रेट कर दो इक्वेशन 2 नु, तो देयरफॉर अपने को कंडीशन आ जाएगी एक साइड पे इंटीग्रेशन वर्क दिया और एक साइड पे इंटीग्रेशन RT/V वाली है ना, तो इनो इंटीग्रेट जे करिए इधरों को तो dw दी, इधरों r ते t, ये दोनों दे दोनों की ने Constant. r पहले कांस्टेंट है, आइसोथर्मल प्रोसेस करके t भी कांस्टेंट है, ये कांस्टेंट हम इंटीग्रेशन जो बाहर ही लिख लेंगे। इसका मतलब इधर RT बाहर आ जाएगा तो इंटीग्रेशन ऑफ 1/V into dV आ जाओ। अपने को वॉल्यूम चेंज होना शुरू होया V1 तो और फाइनली वॉल्यूम भी चेंज V2।
वर्क जो वॉल्यूम V1 सी इस गैस की हजे कोई एक्सपेंशन नहीं हुई, तो जे एक्सपेंशन नहीं हुई वर्क 0 आ। जो मैक्सिमम V2 तक वॉल्यूम चेंज हो गया वर्क मेरा W आ गया। क्या स्टेप क्लियर? Yes, sir. Yes, sir. ਹੁਣ ਇੱਥੇ ਇੰਟੀਗ੍ਰੇਸ਼ਨ ਦਾ ਜਿਹੜਾ ਰੂਲ ਬਣਦਾ ਉਹ ਆ ਰੂਲ ਆ ਜਾਏਗਾ we know that 1 by x into dx ਹੋਏ 1 by x into dx ਹੋਏ ਤੇ ਇਹਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਜੀ? Log x. ਬਿਲਕੁਲ Log ਠੀਕ। ठीक है 1 by x into dx हुए थे ਇਹਦੀ ਇੰਟੀਗ੍ਰੇਸ਼ਨ log base e of x ਆ ਜਾਏਗੀ। ठीक है यानी आ मेरे को कहना जी 1 by x ਦੀ ਇੰਟੀਗ੍ਰੇਸ਼ਨ ਆ ਸਾਡੀ ਇੰਟੀਗ੍ਰੇਸ਼ਨ 1 by b ਵਾਸਤੇ ਆ। देयरफॉर ਆਪਣੇ ਕੋਲ ਸਟੈਪ ਬਣ ਜਾਏਗਾ ਇਧਰੋਂ ਇੰਟੀਗ੍ਰੇਸ਼ਨ 1 ਦੀ ਆ ਪੁੱਤ ਤੇ 1 ਦੀ ਇੰਟੀਗ੍ਰੇਸ਼ਨ ਇੱਥੇ w ਰਹਿ ਜੂ w 0 ਸੋਲਵ ਕਰਕੇ ਸਾਰੀ ਟਰਮ w ਬਣ ਜੂ। क्या आ साइड क्लियर आ? Yes, Yes, sir. sir. Yes, sir. इधरों चलिए थे RT SH बाहर ही आके इधर 1 by b की इंटीग्रेशन log of b आ जाएगी। लिमिट होगी b1 to b2 आ है ना। एक बारी b की थां पे अपर लिमिट भर लांगे एक बारी b की थां पे लोअर लिमिट अपना स्टेप बन जाएगा RT into log of b2 minus log of b1। क्या स्टेप क्लियर है? Yes, sir. Yes, sir. अपर लिमिट माइनस लोअर लिमिट ते इथे बेटा अपन लॉग का एक फार्मूला लावांगे। ठीक है जी वी नो दैट log m माइनस log n हुए। ठीक है ते इनो सी log m by n लिख दे अपने कोल m ते n दी थां ते b2 ते b1 आ इस नाल अपने कोल फार्मूला बन जाएगा वर्क इक्वल टू RT log base e of v2 by v1। क्या आप फॉर्मूला क्लियर है? Yes, sir. Yes, sir. Yes, sir. Yes, sir. Yes, sir. ਹੁਣ ਅੱਗੇ ਇੱਕ ਗੱਲ ਸਮਝ ਲਓ ਆਰਟੀਕਲ ਚ ਜਦੋਂ ਲੌਗ ਆਏਗਾ ਤੁਹਾਨੂੰ ਲੌਗ ਸਿਖਾਵਾਂਗਾ ਵੀ। ਠੀਕ ਹੈ ਆਪਣਾ ਰਹਿੰਦਾ ਵੀ ਇਹ ਲੌਗ ਸਿੱਖਣਾ। ਜਦੋਂ ਵੀ ਆਪਣੇ ਕੋਲ ਆਰਟੀਕਲ ਚ ਲੌਗ ਆਂਦਾ ਇਹ ਹਮੇਸ਼ਾ ਲੌਗ ਬੇਸ e ਵਾਲਾ ਆਏਗਾ ਯਾਨੀ ਐਕਸਪੋਨੈਂਸ਼ੀਅਲ ਲੌਗ ਹੁੰਦਾ। ਆਪਣੇ ਕੋਲ ਦੋ ਤਰ੍ਹਾਂ ਦੇ ਲੌਗ ਆ। ਠੀਕ ਹੈ ਇੱਕ log base 10 ਹੁੰਦਾ ਇੱਕ log base 10 ਹੁੰਦਾ। ਠੀਕ ਹੈ ਜਿੱਦਾਂ ਮੰਨ ਲਓ ਆਪਾਂ 2 ਦਾ log ਦੇਖਣਾ ਤੇ ਜਿਹੜਾ ਬੁੱਕ ਦੇ ਵਿੱਚੋਂ ਟੇਬਲ ਦੇਖੀਦਾ ਉਹ ਹਮੇਸ਼ਾ log base 10 ਵਾਲਾ ਹੁੰਦਾ। ਆਰਟੀਕਲ 'ਚ ਜਦੋਂ log ਯੂਜ਼ ਹੁੰਦਾ ਠੀਕ ਹੈ ਉਹ ਹਮੇਸ਼ਾ log base e ਵਾਲਾ ਹੁੰਦਾ। ਇਹਦਾ ਮਤਲਬ ਜੇ ਮੈਨੂੰ log base ਕਹਿੰਦਾ ਜੀ e ਵਾਲੀ ਵੈਲਿਊ ਚਾਹੀਦੀ ਆ ਤੇ ਮੇਰੇ ਕੋਲ log base 10 ਵਾਲੀ ਵੈਲਿਊ ਹੈਗੀ ਆ आपस से इन्हों कन्वर्ट करने वास्ते इसे रिजल्ट की लिखांगा 2.3026 RT log base 10 of v2 by v1। मतलब जदों log base e नु log base 10 च बदलना होएगा हमेशा अपने कोलो एक न्यूमेरिकल दा कन्वर्जन फैक्टर लगदा वा। ठीक है 2.3026 इनो तुसी 2.303 लिख सकदे हो। ठीक है इन्ने नाल मल्टीप्लाई करांगे जेडी log base 10 दी वैल्यू हो जिदा log base 10 ले लिया मैं 2 दा। ठीक है जिन्नी इहदी वैल्यू log base 10 च आएगी जे इनु मैं log base e च बदलना जे इनु मैं log base e च बदलना जिन्नी टेबल दे विचों log 2 दी वैल्यू base 10 वाली आएगी ਉਹਨੂੰ 2.3026 ਨਾਲ ਮਲਟੀਪਲਾਈ ਕਰ ਦਿਓ ਤੇ ਤੁਹਾਡੀ ਵੈਲਿਊ log base e ਵਾਲੀ ਬਣ ਜੂ। क्या इन्नी गल समझ लगी? Yes. Yes, sir. Yes. Yes, sir. Yes, sir. सो एज सच इस मोमेंट ते अपने को रिजल्ट आ गया कहना जी log base e ਦੀ ਫਾਰਮ ਚ ਇੱਕ ਆ ਗਿਆ ਫਿਰ log base 10 ਚ ਅਸੀਂ ਉਹਨੂੰ ਨੂਮੈਰੀਕਲ ਵਾਸਤੇ ਲਿਖ ਲਿਆ। ਹੁਣ ਇਹ ਰਿਜ਼ਲਟ ਆਇਆ ਵੋਲੀਅਮ ਦੀ ਫਾਰਮ ਚ ਐਟ ਦ ਸੇਮ ਟਾਈਮ ਜਦੋਂ ਵੋਲੀਅਮ ਚੇਂਜ ਹੋਇਆ ਵਾ ਤੇ ਆਪਣੇ ਗੈਸ ਦਾ ਪ੍ਰੈਸ਼ਰ ਵੀ ਚੇਂਜ ਹੋਇਆ। Yes. Yes. ਇਹ ਰਿਜ਼ਲਟ ਮੈਂ ਪ੍ਰੈਸ਼ਰ ਦੀ ਫਾਰਮ ਚ ਲਿਖਣਾ। ਠੀਕ ਹੈ ਤੇ ਆਪਾਂ ਬੇਟਾ ਉੱਪਰ ਇਕੁਏਸ਼ਨ ਲਿਖ ਕੇ ਆਏ ਆ ਆ ਵਾਲੀ ਕਿ ਵੀ P1 V1 equal to P2 V2 ਤੇ ਜੇ P1 V1 P2 V2 ਦੇ ਇਕੁਅਲ ਆ ਤੇ ਇਥੋਂ V2 by V1 ਕੱਢ ਲਵਾਂ ਤੇ ਪ੍ਰੈਸ਼ਰ ਦੀ ਫਾਰਮ ਚ ਰੇਸ਼ੋ ਲੈ ਲੂੰ। Yes. Yes, sir. ਜੇ ਵੋਲੀਅਮ ਮੇਰਾ V2 by V1 बनना ਤੇ ਪ੍ਰੈਸ਼ਰ ਮੇਰਾ P1 by P2 ਬਣੂ ਕਿਉਂਕਿ Yes, ਪ੍ਰੈਸ਼ਰ sir. ਤੇ ਵੋਲੀਅਮ ਹਾਂਜੀ, sir. Yes, sir.
ठीक है वही सेम कंडीशन इथे लान लग्या ठीक है जी वी नो दैट P1 V1 equal to P2 V2 ठीक है which implies जे इथों ਆਪਾਂ V2 by V1 ਕੱਢ ਦਈਏ ਤੇ V2 by V1 ਦੀ ਵੈਲਿਊ P1 by P2 ਆ ਜਾਊ Yes. Yes, sir. ਆ ਵੈਲਿਊ ਉੱਥੇ ਪੁੱਟ ਅਪ ਕਰ ਲਓ ਆਪਣਾ ਸੈਕਿੰਡ ਰਿਜ਼ਲਟ ਪ੍ਰੈਸ਼ਰ ਦੀ ਫਾਰਮ ਚ ਵੀ ਆ ਜਾਏਗਾ ਸੋ ਵਰਕ ਦਾ ਫਾਰਮੂਲਾ ਆ ਗਿਆ 2.3026 log base 10 of P1 by P2 ਸੋ ਆ ਸੈਕਿੰਡ ਸਾਡੇ ਕੋਲ ਫਾਰਮੂਲਾ ਜਿਹੜਾ ਉਹ ਪ੍ਰੈਸ਼ਰ ਦੀ ਫਾਰਮ ਚ ਆ ਜਾਏਗਾ ਵਰਕ Sir, RT. ਆ ਲਿਖਿਆ ਸੀ ਉਹ ਤੋਂ ਛੋਟਾ ਜਿਹਾ ਸੀਗਾ ਹਾਂਜੀ ਕਲੀਅਰ ਆ Yes, sir. Yes, sir. 1 ਮਿੰਟ ਦੇ ਰਿਆਂ ਠੀਕ ਹੈ ਜੀ ਪ੍ਰੋਪਰ ਢੰਗ ਨਾਲ ਸਾਰ ਹਾਂਜੀ ਨੈਕਸਟ ਆਪਣੇ ਕੋਲ ਟੌਪਿਕ ਜਿਹੜਾ ਬੰਨਾ ਠੀਕ ਹੈ ਉਹ ਆ ਜਾਣਾ ਆਪਣਾ ਐਡੀਆਬੈਟਿਕ ਪ੍ਰੋਸੈਸ एडियाबैटिक प्रोसेस जेड़ा सारा टॉपिक बनना बेटा क्वेश्चन कल वाला ही आ ठीक है एडियाबैटिक प्रोसेस की आ एग्जांपल्स ठीक है ओदियां एसेंशियल कंडीशंस ठीक है ओदी स्टैंडर्ड इक्वेशन ते ओदा वर्क डन दा फार्मूला ठीक है वो पुत सारे दा सारा टॉपिक जेड़ा वा अपने कोल ਆਪਾਂ ਇੱਕੋ ਹੈਡਿੰਗ ਦੇ ਅੰਦਰ ਗਿਣ ਕੇ ਚੱਲਾਂਗੇ एडियाबैटिक प्रोसेस एडियाबैटिक प्रोसेस किनु कहिए a process in which there is a change in pressure volume and temperature of the gas without any exchange of a heat energy of the system with the surrounding मतलब ये होएगा कि जिस सिस्टम दे अंदर जदों एक्सपेंशन ऑफ गैस या कंप्रेशन ऑफ गैस करा पर उस एक्सपेंशन या कंप्रेशन वेले ठीक है ਅਸੀਂ ਕਿਤੇ ਵੀ सिस्टम ਦੀ सराउंडिंग ਦੇ ਨਾਲ हीट एक्सचेंज नहीं करावा है ना यानी प्रेशर भी चेंज होवे वॉल्यूम भी चेंज होवे टेंपरेचर भी चेंज होवे पर सिस्टम सराउंडिंग दे नाल किसी भी वे ना हीट एक्सचेंज नहीं करेगा सिस्टम दी हीट जिहड़ी आ जे वो कांस्टेंट बनी रहे ठीक है सिस्टम दी हीट जे कांस्टेंट बनी रहे ते उदों असीं प्रोसेस जिहड़ा वा वो एडियाबैटिक प्रोसेस लैंदे आ कि इन्नी गल समझ आई Yes. sir. Yes, sir. Yes, वो sir. लिख नहीं रहा बेटा लिखन च टाइम उस डेफिनेशन ते नहीं लावांगा अ प्रोसेस in which there is a change in pressure volume and temperature of the system ठीक है without any exchange of a heat with the surrounding that process is called as an adiabatic क्या ये लिखावा कि इनु कंटिन्यू करा Continue कर लो Continue. Continue, Continue, sir. जी सो प्रेशर वॉल्यूम टेंपरेचर सब कुछ चेंज होएगा सिर्फ और सिर्फ जेड़ा वा सिस्टम सराउंडिंग दे नाल हीट एक्सचेंज नहीं करेगा ठीक है तो उस प्रोसेस ਨੂੰ ਅਸੀਂ ਨਾਮ ਦੇ ਦਿੰਦੇ ਹਾਂ ਉਹ ਮੇਰਾ ਐਡੀਆਬੈਟਿਕ ਪ੍ਰੋਸੈਸ ਹੈ ਉਹ ਕਹਿੰਦਾ ਬੱਚੇ ਜੇ ਪ੍ਰੋਸੈਸ ਐਡੀਆਬੈਟਿਕ ਆ ਹੈਨਾ ਤੇ ਐਡੀਆਬੈਟਿਕ ਪ੍ਰੋਸੈਸ ਦੇ ਅੰਦਰ ਨੈਸੈਸਰੀ ਕੰਡੀਸ਼ਨ ਕਿਹੜੀਆਂ ਚਾਹੀਦੀਆਂ ਤੇ ਅਸੀਂ ਬੇਟਾ ਇਹਦੀਆਂ ਦੋ ਕੰਡੀਸ਼ਨ ਜਿਹੜੀਆਂ ਪਿੱਛੇ ਕੀਤੀਆਂ ਆਈਸੋ ਤੋਂ ਉਹ ਤੋਂ ਰਿਵਰਸ ਕਰ ਦਾਂਗੇ ਇਹ ਚ ਅਸੀਂ ਲੈ ਕੇ ਚੱਲਾਂਗੇ ਕਿ ਜਿਹੜਾ ਕੰਟੇਨਰ ਹੈਗਾ ਠੀਕ ਹੈ ਜਿਹੜਾ ਕੰਟੇਨਰ ਹੈਗਾ ठीक है कंटेनर दियां वॉल जेड़ियां ने वो मेरे को एसएच नॉन कंडक्टिंग होनी चाहिए कंटेनर दियां वॉल जेड़ियां ने यानी पहली कंडीशन ਇਹਦੇ ਅੰਦਰ ਜਿਹੜੀ ਹੋਏਗੀ ਨੈਸੈਸਰੀ ਕੰਡੀਸ਼ਨ ठीक है ਉਹਨਾਂ ਚ ਫਸਟ ਕੰਡੀਸ਼ਨ ਹੈ ਕਿ ਵੀ ਵॉल्स ਜਿਹੜੀਆਂ ਨੇ ਉਹ ਆਪਣੇ ਕੋਲ ਨॉन ਕੰਡਕਟਿੰਗ ਨੇਚਰ ਦੀਆਂ ਚਾਹੀਦੀਆਂ नॉन कंडक्टिंग मीन इंसुलेटिंग होनिया चाहिए और सेकंड सेगा जेड़ा एक्सपेंशन ते कंप्रेशन दा प्रोसेस आ ठीक है प्रोसेस ऑफ एक्सपेंशन और कंप्रेशन ठीक है जी ये दोनों दे दोनों प्रोसेस जेड़े आ शुड बी रैपिड कुछ ऐसी कंडीशन लेते सीगे कि भाई दोनों प्रोसेस जेडे होण जदों गैस दी एक्सपेंशन करनी है कंप्रेशन वो स्लो स्पीड ते होवे ये कहंदा जी प्रोसेस मेरे को रैपिड होना चाहिए ਇਹਦਾ ਕਾਜ਼ ਕੀ ਹੈ ਦੋਨਾਂ ਕੰਡੀਸ਼ਨ ਦਾ ਤੇ ਉਹਦੇ ਲਈ ਅਸੀਂ ਐਸਾ ਚਿੰਤਾ ਲੈ ਕੇ ਚੱਲਾਂਗੇ ਗੁਰਲੀਨ ਇਹ ਤੇਰੇ ਵਾਲੀ ਕੰਡੀਸ਼ਨ ਜਿਹੜੀਆਂ ਬੋਲੀਆਂ ਸੀ ਉਹ ਇੱਥੇ ਲੱਗਦੀਆਂ ਬੇਟਾ ਪਹਿਲੀ ਕੰਡੀਸ਼ਨ ਹੈ ਕਿ ਬਾਲ ਮੇਰੀਆਂ ਨਾਨ ਕੰਡਕਟਿੰਗ ਆ ਕਾਦੇ ਵਾਸਤੇ
जे सिस्टम ते सराउंडिंग आपस च हीट एक्सचेंज करते रहे ते टेंपरेचर कांस्टेंट हो सकता, हीट चेंजेस कांस्टेंट नहीं होनी। ठीक है, जे सराउंडिंग तो हीट इन्हें ले लई, सराउंडिंग ਨੂੰ ਹੀਟ ਦੇਤੀ, ਨਾਲੋਂ ਨਾਲ ਐਕਸਪੈਂਸ਼ਨ ਜਾਂ ਕੰਪਰੈਸ਼ਨ ਹੁੰਦੀ ਪਈ ਆ, ਤੇ ਇਹਦਾ ਮਤਲਬ ਆ ਮੇਰੇ ਕੋਲ ਜਿਹੜਾ ਪ੍ਰੋਸੈਸ ਆ ਉਹ ਚ ਟੈਂਪਰੇਚਰ ਕਾਂਸਟੈਂਟ ਰਹਿ ਸਕਦਾ, ਪਰ ਕਿਉਂਕਿ ਸਰਾउंडिंग ਦੇ ਨਾਲ ਹੀਟ ਐਕਸਚੇਂਜ ਹੁੰਦੀ ਪਈ ਆ, ਇਸ ਲਈ ਪ੍ਰੋਸੈਸ ਐਡੀਆਬੈਟਿਕ ਨਹੀਂ। ਤੇ ਐਡੀਆਬੈਟਿਕ ਪ੍ਰੋਸੈਸ ਬਣਾ ਕੇ ਰੱਖਣ ਵਾਸਤੇ ਕੰਟੇਨਰ ਦੀਆਂ ਵਾਲਸ ਤੇ ਕੰਟੇਨਰ ਦਾ ਬੇਸ ਜਿਹੜਾ ਵਾ ਉਹ ਪਰਫੈਕਟ ਇਨਸੂਲੇਟਿੰਗ ਹੋਣਾ ਚਾਹੀਦਾ, ਤਾਂ ਕਿ ਜਦੋਂ ਐਕਸਪੈਂਸ਼ਨ ਕਰਾਂ ਜਾਂ ਜਦੋਂ ਕੰਪਰੈਸ਼ਨ ਕਰਾਂ, ਜਿਹੜੀ ਹੀਟ ਸਿਸਟਮ ਦੇ ਵਿੱਚੋਂ ਯੂਜ਼ ਹੋਈ ਆ ਜਾਂ ਜਿਹੜੀ ਸਿਸਟਮ ਦੇ ਅੰਦਰ ਹੀਟ ਹੈਗੀ ਆ ਹਨਾ, ਉਹ ਸਰਾउंडिंग ਨੂੰ ਕਿਤੇ ਵੀ ਨਾ ਜਾਵੇ। ਜਿੱਦਾਂ ਅਸੀਂ ਥਰਮਸ ਲੈਂਦੇ ਆ, ਜੇ ਥਰਮਸ ਨੂੰ ਐਗਜ਼ਾਮਪਲੀਫਾਈ ਕਰੀਏ ਤੇ ਥਰਮਸ ਦੀਆਂ ਬਾਲ ਨॉन ਕੰਡਕਟਿੰਗ ਆ। ठीक है, थर्मस ਦੀਆਂ ਬਾਲ नॉन ਕੰਡਕਟਿੰਗ ਆ, ਜਿਹਦੇ ਕਰਕੇ ਉਹਦੇ ਅੰਦਰ ਵਾਲੀ ਹੀਟ ਬਾਹਰ ਨਹੀਂ ਨਿਕਲਦੀ, ਤੇ ਜੇ ਮੈਂ ਠੰਡੀ ਚੀਜ਼ ਉਹਦੇ ਅੰਦਰ ਪਾਈ ਆ ਤੇ ਉਹ ਸਰਾउंडिंग ਤੋਂ ਹੀਟ ਅੰਦਰ ਨਹੀਂ ਲੈਂਦੀ। ਕੀ ਗੱਲ ਸਮਝ ਲੱਗ ਰਹੀ ਸਾਰਿਆਂ ਨੂੰ? Yes, sir. Yes, sir. ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਕੰਟੇਨਰ ਯੂਜ਼ ਕਰਾਂਗਾ ਉਹ ਕੰਟੇਨਰ ਦੀਆਂ ਬਾਲ ਤੁਹਾਡੀਆਂ ਜਿਹੜੀਆਂ ਨੇ ਉਹ नॉन ਕੰਡਕਟਿੰਗ ਹੋਣੀਆਂ ਚਾਹੀਦੀਆਂ। फिर दूजा प्रोसेस असी की किया कि जो मैं एक्सपेंशन करनी है ना, हुण जेड़ियां बॉल या बेस लेने पे हैं परफेक्ट ते होना नहीं चाहिए, ते परफेक्ट नॉन कंडक्शन है, पर असी कहने जी नो वन मटीरियल इज टू बी परफेक्ट नॉन कंडक्टिंग। जे मैं वधिया तो वधिया थर्मस भी ले लवां ते मैं कह जी इहदे च चाह रख दिओ है ना, ते वो चाह 5 घंटे ठंडी नहीं हो ते कोई 8 घंटे ठंडी नहीं हो, पर एक टाइम तो बाद ठंडी हो रही है। ਇਹਦਾ ਮਤਲਬ ਇਹ ਆ ਕਿ ਵੀ ਉਹਦੇ ਵਿੱਚੋਂ ਜਿਹੜੀ ਹੀਟ ਨੂੰ ਬਾਹਰ ਨਿਕਲਣ ਦੀ ਟੈਂਡੈਂਸੀ ਹੈ ਨਾ, ਉਹ ਬਿਲਕੁਲ ਖਤਮ ਨਹੀਂ ਹੈਗੀ। ਸਰਾउंडिंग ਨਾਲ ਹੀਟ ਤੇ ਉਹ ਐਕਸਚੇਂਜ ਕਰਦਾ ਪਿਆ ਵਾ, ਠੀਕ ਹੈ, ਬਟ ਪ੍ਰੋਸੈਸ ਸ਼ੁੱਡ ਬੀ ਕਹਿੰਦਾ ਜੀ ਮੇਰੇ ਕੋਲ ਜਿਹੜਾ ਹੀਟ ਐਕਸਚੇਂਜ ਦਾ ਉਹ ਇੰਨਾ ਕਿ ਸਲੋ ਆ, ਠੀਕ ਹੈ, ਕਿ ਵੀ ਅਸੀਂ ਮੰਨ ਲੈਂਦੇ ਕਿ ਵੀ ਆਲਮੋਸਟ ਇਹ ਨॉन ਕੰਡਕਟਿੰਗ ਹੀ ਹੈਗਾ, ਬਟ ਪਰਫੈਕਟ ਨॉन ਕੰਡਕਟਿੰਗ ਨਹੀਂ ਹੈ। ਇਸ ਲਈ ਜੇ ਮੈਂ ਐਸ ਸੱਚ ਕਿਸੇ ਗੈਸ ਦੀ ਕੰਪਰੈਸ਼ਨ ਕਰਾਣੀ ਆ ਹਨਾ, ਹੁਣ ਹੋਏਗਾ ਕਿ ਜੇ ਮੈਂ ਕੰਪਰੈਸ਼ਨ ਕਰਾ ਰਿਹਾ ਇਹਦੇ ਵਿੱਚੋਂ ਹੀਟ ਜਿਹੜੀ ਆ, ਜੇ ਵਾਲ ਪਰਫੈਕਟ ਨॉन ਕੰਡਕਟਿੰਗ ਨਹੀਂ ਹੈਗੀ ਆ ਤੇ ਕੁਝ ਨਾ ਕੁਝ ਹੀਟ ਸਰਾउंडिंग ਨੂੰ ਨਿਕਲ ਜਾਣੀ ਹੈ, ਤੇ ਜੇ ਸਰਾउंडिंग ਨੂੰ ਹੀਟ ਨਿਕਲਦੀ ਪਈ ਆ ਤੇ ਫਿਰ ਤਾਂ ਸਰਾउंडिंग ਨਾਲ ਹੀਟ ਦਾ ਐਕਸਚੇਂਜ ਹੁੰਦਾ ਪਿਆ। ਇਸ ਲਈ ਮੇਰਾ ਪ੍ਰੋਸੈਸ ਜਿਹੜਾ ਵਾ ਉਹ ਪਰਫੈਕਟ ਐਡੀਆਬੈਟਿਕ ਨਹੀਂ ਬਣੇਗਾ। ਉਹਦੇ ਵਾਸਤੇ ਅਸੀਂ ਇਹ ਕਹਿੰਦੇ ਪਏ ਕਿ ਵੀ ਜੇ ਪ੍ਰੋਸੈਸ ਕਰਾਣਾ ਇਹ ਸਲੋ ਸਪੀਡ ਤੇ ਨਾ ਕਰਾਵਾਂ, ਇੱਕਦਮ ਕਰਾਵਾਂ, ਤਾਂ ਕਿ ਜਦੋਂ ਇੱਕਦਮ ਮੇਰੇ ਕੋਲ ਜਿਹੜੀ ਕੰਪਰੈਸ਼ਨ ਹੋਏਗੀ ਤੇ ਉਹਦੇ ਵਿੱਚ no time available to exchange the heat of the system with the surrounding। ਇਹਦਾ ਮਤਲਬ ਹੈ ਸਿਸਟਮ ਨਾਲ ਸਰਾउंडिंग ਦੀ ਹੀਟ ਐਕਸਚੇਂਜ ਲਈ ਟਾਈਮ ਅਵੇਲੇਬਲ ਨਹੀਂ ਹੋ ਪਾਇਆ, ਇਸ ਲਈ ਉਸ ਮੂਮੈਂਟ ਤੇ ਹੀਟ ਸਰਾउंडिंग ਨੂੰ ਨਿਕਲ ਹੀ ਨਹੀਂ ਪਾਈ ਇੱਕਦਮ। ਇੰਨੀ ਗੱਲ ਸਮਝ ਲੱਗੀ? Yes, Yes, sir. sir. Yes, sir. ਫਿਰ ਆਪਣੇ ਕੋਲ ਦੋ ਕੰਡੀਸ਼ਨ ਆ ਗਈਆਂ, ਜਿਹੜਾ ਕੰਟੇਨਰ ਹੋਏਗਾ ਉਹਦੀਆਂ ਬਾਲ ਆਪਣੇ ਕੋਲ ਨॉन ਕੰਡਕਟਿੰਗ ਚਾਹੀਦੀਆਂ, ਠੀਕ ਹੈ, ਤੇ ਜਿੰਨੀ ਕੁ ਇਹਦੀ ਕਮੀ ਰਹਿ ਜਾਂਦੀ ਹੈ ਨॉन ਕੰਡਕਸ਼ਨ ਵਾਲੀ ਹਨਾ, ਉਹਨੂੰ ਪੂਰਾ ਕੌਣ ਕਰੇ ਕਿ ਜਦੋਂ ਗੈਸ ਦੀ ਐਕਸਪੈਂਸ਼ਨ ਜਾਂ ਕੰਪਰੈਸ਼ਨ ਕਰਾਵਾਂ ਉਹ ਇੰਨੀ ਕੁ ਫਾਸਟ ਸਪੀਡ ਦੇ ਉੱਤੇ ਕਰਾਵਾਂ ਕਿ no time available to exchange the heat between system and surrounding। clear ਹੈ ਜੀ? ਸਰ ਜਿੱਦਾਂ ਐਕਸਕਿਊਜ਼ ਮੀ ਸਰ, ਜਦੋਂ ਆਪਾਂ ਕਹਿੰਦੇ ਆ ਕਿ ਕੰਪਰੈਸਿੰਗ ਜਾਂ ਫਿਰ ਐਕਸਪੈਂਸ਼ਨ ਵਿੱਚ ਟੈਂਪਰੇਚਰ ਚੇਂਜ ਹੋ ਜਾਂਦਾ ਆਪਣੇ ਆਪ ਦਾ, ਹੀਟ ਨਹੀਂ ਚੇਂਜ ਹੁੰਦੀ, ਮਤਲਬ ਦੁਬਾਰਾ ਬੋਲਿਓ। ਮੈਂ ਕਿਹਾ ਸਰ ਜਿੱਦਾਂ ਆਪਾਂ ਕਹਿੰਦੇ ਆ ਕਿ ਜਦੋਂ ਐਕਸਪੈਂਸ਼ਨ ਜਾਂ ਜੋ ਵੀ ਹੁੰਦਾ ਤੇ ਉਦੋਂ ਟੈਂਪਰੇਚਰ ਆਪਣੇ ਆਪ ਚੇਂਜ ਹੋ ਜਾਂਦਾ ਆ, ਤੇ ਇਸ ਲਈ ਆਪਾਂ ਨੂੰ ਕੰਡਕਸ਼ਨ ਕਰਾਣੀ ਪੈਂਦੀ ਆ, ਇਦਾਂ ਹੀਟ ਨਹੀਂ ਆਪਣੇ ਆਪ ਚੇਂਜ ਹੁੰਦੀ? ਨਹੀਂ ਲਾਡੇ, ਆਪਾਂ ਇਹੀ ਤੇ ਕਹਿ ਰਹੇ ਨਾ ਬੇਟੇ ਕਿ ਜਦੋਂ ਤੁਸੀਂ ਆਹ ਕੰਮ ਕਰ ਰਹੇ ਸੀਗੇ ਜਾਂ ਇਸ ਵੇਲੇ ਆਪਾਂ ਕੰਪਰੈਸ਼ਨ ਕਰ ਰਹੇ, ਤੇ ਜੇ ਕੰਟੇਨਰ ਦੀਆਂ ਬਾਲ ਕੰਡਕਟਿੰਗ ਹੈਗੀਆਂ ਵਾ ਤੇ ਇਹਦਾ ਮਤਲਬ ਸਿਸਟਮ ਸਰਾउंडिंग ਨਾਲ ਹੀਟ ਐਕਸਚੇਂਜ ਕਰਦਾ ਪਿਆ, ਤੇ ਜੇ ਸਰਾउंडिंग ਨਾਲ ਹੀਟ ਐਕਸਚੇਂਜ ਕਰਦਾ ਪਿਆ ਵਾ ਤੇ ਹੀਟ ਦੇ ਐਕਸਚੇਂਜ ਹੋਣ ਕਰਕੇ ਉਹਦਾ ਟੈਂਪਰੇਚਰ ਜਿੰਨਾ ਕਿ ਚੇਂਜ ਹੁੰਦਾ ਪਿਆ ਅਸੀਂ ਉਹਨੂੰ ਵਾਪਸ ਕਨਸਟੈਂਟ ਕਰਦੇ ਪਏ, ਇਸ ਲਈ ਉਸ ਵੇਲੇ ਤਾਂ ਟੈਂਪਰੇਚਰ ਕਨਸਟੈਂਟ ਰੱਖ ਲਿਆ। ਹੁਣ ਇਸ ਮੂਮੈਂਟ ਤੇ ਮੈਂ ਐਸ ਸੱਚ ਕੀ ਕਹਿ ਰਿਹਾ ਕਿ ਵੀ ਅਸੀਂ ਟੈਂਪਰੇਚਰ ਨੂੰ ਨਹੀਂ ਕਨਸਟੈਂਟ ਕਰਨਾ ਚਾਹ ਰਹੇ, ਅਸੀਂ ਜਿਹੜੀ ਸਰਾउंडिंग ਨਾਲ ਐਕਸਚੇਂਜ ਆਫ ਹੀਟ ਆ ਹਨਾ, ਜਿਹੜੀ ਅਮਾਉਂਟ ਆਫ ਹੀਟ ਦੇ ਅੰਦਰ ਆ ਉਹ ਇਹਦੇ ਅੰਦਰ ਹੀ ਆ,
ਇਹ ਸਰਾਊਂਡਿੰਗ ਨੂੰ ਉਹਦੇ ਵਿੱਚੋਂ 1% ਵੀ ਹੀਟ ਨਾ ਦੇਵੇ, ਨਾ ਸਰਾਊਂਡਿੰਗ ਤੋਂ 1% ਵੀ ਹੀਟ ਲਵੇ। ਉਹਦੇ ਪ੍ਰੋਸੈਸ ਵਾਸਤੇ ਠੀਕ ਹੈ ਜੀ ਫਿਰ ਮੈਨੂੰ ਐਸਐਚ ਜਿਹੜਾ ਕੰਟੇਨਰ ਉਹ ਕਿੱਦਾਂ ਦਾ ਚਾਹੀਦਾ, ਕਹਿੰਦਾ ਜੀ ਉਹ ਕੰਟੇਨਰ ਦੀਆਂ ਬਾਲ ਨਾਨ ਕੰਡਕਟਿੰਗ ਚਾਹੀਦੀਆਂ। ਆਪਾਂ ਟੈਂਪਰੇਚਰ ਦੀ ਚੇਂਜ ਤਾਂ ਲੈ ਹੀ ਰਹੇ ਹਾਂ, ਆਪਾਂ ਇਹ ਥੋੜਾ ਕਹਿ ਰਹੇ ਕਿ ਟੈਂਪਰੇਚਰ ਚੇਂਜ ਨਹੀਂ ਹੋਏਗਾ। ਐਕਸਪੈਂਸ਼ਨ ਕੰਪਰੈਸ਼ਨ ਵੇਲੇ ਠੀਕ ਹੈ ਜੀ ਜਦੋਂ ਆ ਮੈਂ ਉੱਪਰ ਨੂੰ ਚੁੱਕਿਆ, ਹੁਣ ਇਹਦੇ ਅੰਦਰ ਜਿਹੜੀ ਗੈਸ ਸੀਗੀ ਜਦੋਂ ਐਕਸਪੈਂਡ ਕਰ ਗਈ ਹਨਾ, ਜਦੋਂ ਐਕਸਪੈਂਡ ਕਰ ਗਈ ਇਹਦੇ ਨਾਲ ਉਹਦਾ ਪ੍ਰੈਸ਼ਰ ਘਟ ਗਿਆ। ਪ੍ਰੈਸ਼ਰ ਘਟਣ ਕਰਕੇ ਗੈਸ ਮੋਲੀਕਿਊਲ ਦੀਆਂ ਆਪਸ ਵਿੱਚ ਜਿਹੜੀਆਂ ਕੋਲੀਜ਼ਨ ਹੁੰਦੀਆਂ ਪਈਆਂ ਉਹ ਘਟ ਗਈਆਂ, ਤੇ ਜਿਹੜੀ ਕੋਲੀਜ਼ਨ ਘਟ ਗਈਆਂ ਤੇ ਕੋਲੀਜ਼ਨ ਦੇ ਅੰਦਰ ਜਿਹੜੀ ਹੀਟ એનર્ਜੀ ਮੇਰੀ ਸੀਗੀ ਹਨਾ, ਅਸੀਂ ਕਹਿੰਦੇ ਜੀ ਉਹਨੇ ਕੀ ਕਰਨਾ ਸੀ, ਕੋਲੀਜ਼ਨ ਘਟੀਆਂ ਇਸ ਕਰਕੇ ਟੈਂਪਰੇਚਰ ਘਟ ਗਿਆ। ਗੱਲ ਸਮਝ ਲੱਗਦੀ ਪਈ? ਜੀਵਨ यस सर। यही पूछ रही है बेटा? यस सर। जीवन यही पूछ रही बेटा कि और कुछ कह रही है बच्चे? सर मैं ना आइसोथर्मल ना इतना कह रही हूँ कि आइसोथर्मल विच आपां टैंपरेचर कांस्टेंट रखण लई कंडक्टिंग वॉल्स लैने, मतलब उत्थे आपां कहने कि एक्सचेंज होवे तां कांस्टेंट आ, इत्थे आपां कह रहे हैं कि ना होवे तां कांस्टेंट आ। की मतलब पर दोनों वेरिएबल डिफरेंट आ। ਉੱਥੇ ਅਸੀਂ ਕਹਿ ਰਹੇ ਐਕਸਚੇਂਜ ਹੋਵੇ ਤਾਂ ਕਿ ਟੈਂਪਰੇਚਰ ਕਾਂਸਟੈਂਟ ਹੋਵੇ। ਇਹਦਾ ਮਤਲਬ ਹੈ ਹੀਟ એનર્ਜੀ ਨੂੰ ਚੇਂਜ ਕਰਾ ਕੇ ਤੁਸੀਂ ਟੈਂਪਰੇਚਰ ਕਾਂਸਟੈਂਟ ਕਰਾਇਆ। ਠੀਕ ਹੈ, ਇੱਥੇ ਅਸੀਂ ਕੀ ਕਹਿ ਰਹੇ ਹਾਂ ਕਿ ਵੀ ਸਿਸਟਮ ਨੇ ਆਪਣੀ ਸਰਾਊਂਡਿੰਗ ਨੂੰ ਹੀਟ ਨਹੀਂ ਦਿੱਤੀ, ਨਾ ਸਰਾਊਂਡਿੰਗ ਤੋਂ ਹੀਟ ਲਿੱਤੀ, ਪਰ ਐਕਸਪੈਂਸ਼ਨ ਤੇ ਕੰਪਰੈਸ਼ਨ ਤੇ ਹੋਈ ਹੈ ਨਾ। ਹਾਂਜੀ। ਤੇ ਜੇ ਗੈਸ ਦੀ ਐਕਸਪੈਂਸ਼ਨ ਹੁੰਦੀ ਪਈ ਆ ਸਰਾਊਂਡਿੰਗ ਤੋਂ ਹੀਟ ਲਿੱਤੇ ਬਿਨਾ ਹਨਾ, ਤੇ ਕੀ ਹੋਏਗਾ ਇਸ ਪ੍ਰੋਸੈਸ ਦੇ ਅੰਦਰ, ਜਦੋਂ ਬਾਹਰੋਂ ਹੀਟ ਕੋਈ ਨਹੀਂ ਮਿਲੀ ਠੀਕ ਹੈ ਜੀ, ਬਾਹਰੋਂ ਸਰਾਊਂਡਿੰਗ ਮੈਨੇ ਹੀਟ ਕੋਈ ਨਹੀਂ ਲਿੱਤੀ ਤੇ ਗੈਸ ਦੀ ਮੈਂ ਐਕਸਪੈਂਸ਼ਨ ਕਰ ਦਿੱਤੀ, ਤੇ ਇਹਦਾ ਮਤਲਬ ਮੇਰੇ ਕੋਲ ਜਿਹੜਾ ਐਸਐਚ ਅੰਦਰ ਹੀਟ એનર્ਜੀ ਸੀ ਉਹੀ ਸਿਸਟਮ ਨੇ ਆਪਣੀ ਯੂਜ਼ ਕਰਕੇ ਆਪਣੀ ਐਕਸਪੈਂਸ਼ਨ ਕੀਤੀ ਹੋਏਗੀ। ਓਕੇ ਸਰ, ਆ ਗਈ ਸਮਝ ਲੱਗੀ। ਠੀਕ ਹੈ ਨਾ, ਤੇ ਜਦੋਂ ਨੇ ਉਹੀ ਹੀਟ ਯੂਜ਼ ਕਰਕੇ ਕੀਤਾ ਤੇ ਇਹਦਾ ਮਤਲਬ ਆ ਉਹਦਾ ਟੈਂਪਰੇਚਰ ਅੱਗੇ ਨਾਲੋਂ ਫਾਲ ਕਰ ਗਿਆ, ਕਿਉਂਕਿ ਜਿਹੜੀ ਹੀਟ ਉਹਦੇ ਮੋਲੀਕਿਊਲ ਕੋ ਸੀ ਉਹਨੇ ਵਰਤ ਲਈ ਵਿੱਚੋਂ, ਸਰਾਊਂਡਿੰਗ ਉਹ ਤਾਂ ਨਹੀਂ ਨਾ ਕੋਈ ਲਿੱਤੀ, ਨਾ ਸਰਾਊਂਡਿੰਗ ਨੂੰ ਕੋਈ ਹੀਟ ਦਿੱਤੀ ਆ। ਠੀਕ ਹੈ, ਜਦੋਂ ਕੰਪਰੈਸ਼ਨ ਕੀਤੀ ਆ ਤੇ ਤਾਂ ਵੀ ਇਹੀ ਚੀਜ਼ ਆ, ਕੰਪਰੈਸ਼ਨ ਕਰਦਾ ਪਿਆ ਇਹਦੇ ਵੱਲ ਮੋਲੀਕਿਊਲ ਕਲੋਜ਼ ਆ ਰਹੇ ਆ, ਉਹਦੇ ਵਿੱਚ ਕੋਲੀਜ਼ਨ ਵੱਧ ਰਹੀਆਂ, ਇਹ ਮਤਲਬ ਉਹਦਾ ਟੈਂਪਰੇਚਰ ਅੱਗੇ ਨਾਲੋਂ ਵੱਧ ਰਿਹਾ, ਤੇ ਜੇ ਟੈਂਪਰੇਚਰ ਵੱਧ ਰਿਹਾ ਪਰ ਬਾਹਰ ਹੀਟ ਨਿਕਲਣੀ ਨਹੀਂ, ਇਸ ਲਈ ਟੈਂਪਰੇਚਰ ਵੱਧ ਗਿਆ, ਪ੍ਰੈਸ਼ਰ ਵੱਧ ਗਿਆ, ਵੋਲੀਅਮ ਘਟ ਗਿਆ, ਪਰ ਸਾਰੇ ਪ੍ਰੋਸੈਸ ਦੇ ਅੰਦਰ ਕਿਤੇ ਵੀ ਜਿਹੜੀ ਆ ਸਰਾਊਂਡਿੰਗ ਤੋਂ ਹੀਟ ਦਾ ਤਾਂ ਨਹੀਂ ਨਾ ਲੈਣ ਦੇਣ ਹੋਇਆ। ਹਾਂਜੀ ਸਰ। ਇਹਦਾ ਮਤਲਬ ਫਿਰ ਆਈਸੋਥਰਮਲ ਤੇ ਇਹਦੇ ਵਿੱਚ ਇੱਕ ਫਰਕ ਆ ਗਿਆ ਨਾ। ਆਈਸੋਥਰਮਲ ਚ ਅਸੀਂ ਹੀਟ ਸਰਾਊਂਡਿੰਗ ਨੂੰ ਸੁੱਟੀ ਜਾਂਦੇ ਜਾਂ ਸਰਾਊਂਡਿੰਗ ਤੋਂ ਲਈ ਜਾਂਦੇ। ਠੀਕ ਹੈ, ਤਾਂ ਕਿ ਐਕਸਪੈਂਸ਼ਨ ਵੇਲੇ ਜਿੰਨੀ ਕੁ ਗੈਸ ਮੋਲੀਕਿਊਲ ਆਪਣੀ ਹੀਟ ਵਰਤ ਕੇ ਆਪਣਾ ਟੈਂਪਰੇਚਰ ਥੱਲੇ ਸੁੱਟਦੇ ਆ। ਠੀਕ ਹੈ, ਤੁਸੀਂ ਹੀਟ ਥੱਲੇ ਨਾਲ ਹੀ ਦੇਤੀ, ਹੀਟ ਦੇਤੀ ਤੇ ਇਹਦਾ ਮਤਲਬ ਟੈਂਪਰੇਚਰ ਦਾ ਵਾਪਸ ਪੂਰਾ ਕਰ ਲਿਆ। ਠੀਕ ਹੈ, ਇਹਦੇ ਨਾਲ ਜਿੰਨਾ ਕਿ ਐਕਸਪੈਂਸ਼ਨ ਕਰਾਣੀ ਸੇਮ ਸਪੀਡ ਤੇ ਹੀਟ ਵੀ ਦੇਈ ਚਲੋ, ਟੈਂਪਰੇਚਰ ਕਾਂਸਟੈਂਟ ਬਣਿਆ ਵਾ। ਪਰ ਜਦੋਂ ਤੁਸੀਂ ਐਡੀਆਬੈਟਿਕ ਪ੍ਰੋਸੈਸ ਆ, ਤੁਸੀਂ ਲਿੰਨੇ ਸਰਾਊਂਡਿੰਗ ਤੋਂ ਕੁਝ ਵੀ ਨਹੀਂ, ਤੇ ਜਿਹੜੀ ਹੀਟ ਅੰਦਰ ਪਈ ਸੀ ਉਹ ਵਰਤ ਲਈ, ਤੇ ਇਹਦਾ ਮਤਲਬ ਆ ਗੈਸ ਦਾ ਟੈਂਪਰੇਚਰ ਅੱਗੇ ਨਾਲੋਂ ਫਾਲ ਕਰ ਗਿਆ। ਤੇ ਜੇ ਮੈਂ ਐਸਐਚ ਕਹਿੰਦਾ ਜੀ ਕੰਪਰੈਸ ਕੀਤਾ ਤੇ ਐਸਐਚ ਇਹਦੇ ਅੰਦਰ ਟੈਂਪਰੇਚਰ ਵੱਧ ਗਿਆ ਹਨਾ, ਹੀਟ ਬਾਹਰ ਨੂੰ ਸੁੱਟ ਨਹੀਂ ਪਾ ਰਿਹਾ, ਇਹਦੇ ਵੱਲੋਂ ਗੈਸ ਮੋਲੀਕਿਊਲ ਨਹੀਂ ਵਰਤਣੀ ਆ ਹੀਟ। यस सर, आगे समझ। इतना क्लियर है बच्चे? यस सर। चल ਹੁਣ ਇਹਦੀ ਐਗਜ਼ਾਮਪਲ ਦੀ ਗੱਲ ਕਰਾਂ। ਠੀਕ ਹੈ, ਤੇ ਇਹਦੇ ਵਿੱਚ ਐਗਜ਼ਾਮਪਲ ਸਾਡੇ ਕੋਲ ਦੋ ਮੇਨ ਆਉਂਦੀਆਂ। ਇੱਕ ਐਗਜ਼ਾਮਪਲ ਆ ਜਾਂਦੀ ਹੈ ਸਡਨ ਬਰਸਟਿੰਗ ਆਫ ਟਾਇਰ। ਠੀਕ ਹੈ, ਸਡਨ ਬਰਸਟਿੰਗ ਆਫ ਟਾਇਰ ਦਾ ਮਤਲਬ ਆ ਜਿੱਦਾਂ ਅਸੀਂ ਪੰਜਾਬੀ ਸਮਝਾਈਏ ਇੱਕਦਮ ਟਾਇਰ ਦਾ ਪਟਾਕਾ ਪੈਂਦਾ। ਠੀਕ ਹੈ, ਉਹ ਕਹਿੰਦਾ ਉਹ ਐਡੀਆਬੈਟਿਕ ਪ੍ਰੋਸੈਸ ਆ। ਠੀਕ ਹੈ, ਕਿੱਦਾਂ ਆਪਾਂ ਉਸ ਨੂੰ ਜਸਟੀਫਾਈ ਕਰੀਏ ਤਾਂ ਅਸੀਂ ਉਹਨੂੰ ਇਦਾਂ ਕਹਿੰਦੇ ਕਿ ਜੇ ਮੰਨ ਲਓ ਤੁਸੀਂ ਇੱਕ ਕਾਰ ਡਰਾਈਵ ਕਰਦੇ ਪਏ ਲੌਂਗ ਟਾਈਮ ਲਈ, ਜਦੋਂ ਅਸੀਂ ਇਹ ਕਹਿੰਦੇ ਕਿ ਵੀ ਮੰਨ ਲਓ ਅਸੀਂ ਲੌਂਗ ਡਰਾਈਵ ਤੇ ਗਏ ਆ ਜੀ, ਅਸੀਂ ਇੱਥੋਂ ਦਿੱਲੀ ਜਾਣੇ ਪਏ। ਹੁਣ ਨਾਰਮਲੀ ਕੀ ਆ ਕਿ ਜੇ ਤੁਸੀਂ ਦਿੱਲੀ ਜਾ ਰਹੇ ਹੋ ਔਰ ਕੰਟੀਨਿਊਸਲੀ ਚੱਲ ਰਹੇ ਹੋ, ਠੀਕ ਹੈ ਜੀ, ਤੇ ਤੁਹਾਡੇ ਕਾਰ ਦੇ ਟਾਇਰ ਗਰਮ ਹੋ ਜਾਂਦੇ। ਠੀਕ ਹੈ, ਤੁਹਾਡੇ ਕਾਰ ਦੇ ਟਾਇਰ ਜਿਹੜੇ ਉਹ ਗਰਮ ਹੋ ਜਾਂਦੇ। ਅਸੀਂ ਫਿਰ ਰਸਤੇ 'ਚ ਕਾਰ ਰੋਕਦੇ ਆ ਕਿ ਵੀ ਥੋੜੀ ਦੇਰ ਰੋਕ ਲਓ, ਟਾਇਰ ਗਰਮ ਹੋਏ ਹੋਏ ਆ। ਉਹਦਾ ਕਾਜ਼ ਕੀ ਹੈ? ਉਹ ਕਹਿੰਦਾ ਜੀ ਜਦੋਂ ਟਾਇਰ ਇੱਕਦਮ ਗਰਮ ਹੋ ਗਿਆ ਨਾ ਬਹੁਤ ਜ਼ਿਆਦਾ, ਇਹ ਫਟ ਜਾਂਦਾ। ਬੇਸਿਕਲੀ ਉਹਦਾ ਕਾਜ਼ ਕੀ ਆ? ਕਹਿੰਦਾ ਜੀ ਜਦੋਂ ਕਾਰ ਦਾ ਟਾਇਰ ਗਰਮ ਹੋ ਰਿਹਾ ਨਾ ਤੇ ਰਬਰ ਆਪਣੇ ਆਪ 'ਚ ਇਨਸੂਲੇਟਰ। ਠੀਕ ਹੈ, ਤੇ ਐਸਐਚ ਉਹਦੇ ਕੀ ਆ, ਉਹਨੇ ਹੀਟ ਸਰਾਊਂਡਿੰਗ ਨਾਲ ਐਕਸਚੇਂਜ ਨਹੀਂ ਕਰਨੀ।
ਜਿਹਦੇ ਕਰਕੇ ਕਾਰ ਦੇ ਅੰਦਰ ਟੈਂਪਰੇਚਰ ਦੇ ਵਧਣ ਕਰਕੇ ਕਾਰ ਦੇ ਟਾਇਰਾਂ ਦੇ ਵਿੱਚ ਪ੍ਰੈਸ਼ਰ ਵੱਧ ਜਾਂਦਾ। ਠੀਕ ਹੈ, ਜਦੋਂ ਪ੍ਰੈਸ਼ਰ ਵੱਧਦਾ ਤੇ ਜੇ ਉਹ ਪ੍ਰੈਸ਼ਰ ਇੱਕ ਲਿਮਿਟ ਤੋਂ ਬਿਯੋਂਡ ਆਂਦਾ, ਠੀਕ ਹੈ, ਤੇ ਉਹਨੇ ਐਸਾ ਚ ਇੱਕਦਮ ਕਹਿੰਦਾ ਜੀ ਐਕਸਪਲੋਡ ਕਰਨਾ, ਰਾਦਰ ਦੈਨ ਕਿ ਹੌਲੀ ਹੌਲੀ ਸਰਾਊਂਡਿੰਗ ਨੂੰ ਹੀਟ ਨਿਕਲ ਜਾਂਦੀ। ਠੀਕ ਹੈ, ਤੇ ਟਾਇਰ ਮੇਰੇ ਠੰਡੇ ਰਹਿ ਜਾਂਦੇ। ਉਹਦੀ ਥਾਂ ਤੇ ਕੀ ਹੋ ਰਿਹਾ, ਟਾਇਰ ਇਨਸੂਲੇਟਰ ਹੋਣ ਕਰਕੇ, ਠੀਕ ਹੈ ਜੀ, ਉਹ ਸਰਾਊਂਡਿੰਗ ਨਾਲ ਹੀਟ ਐਕਸਚੇਂਜ ਨਹੀਂ ਕਰ ਪਾਏ। ਇਸ ਦਾ ਮਤਲਬ ਉਹ ਕੰਟੀਨਿਊਸ ਰਨਿੰਗ ਦੇ ਵਿੱਚ ਉਹਦਾ ਟੈਂਪਰੇਚਰ ਜਿਹੜਾ ਵਾ ਫ੍ਰਿਕਸ਼ਨ ਕਰਕੇ ਵੱਧਦਾ ਗਿਆ ਔਰ ਉਹਦਾ ਪ੍ਰੈਸ਼ਰ ਵੀ ਵੱਧਦਾ ਗਿਆ। ਤੇ ਜੇ ਪ੍ਰੈਸ਼ਰ ਉਹਦਾ ਇੱਕ ਲਿਮਿਟ ਤੋਂ ਬਿਯੋਂਡ ਆ ਗਿਆ ਤੇ ਅਸੀਂ ਕਹਿੰਦੇ ਜੀ ਉਹਦੀ ਸਡਨ ਬਰਸਟਿੰਗ ਹੋ ਜਾਂਦੀ ਹੈ, ਤੇ ਉਹਨੂੰ ਅਸੀਂ ਨਾਮ ਦਿੰਦੇ ਕਿ ਵੀ ਉਹ ਐਡੀਆਬੈਟਿਕ ਐਕਸਪੈਂਸ਼ਨ ਆਫ ਦਾ ਗੈਸ ਹੋਈ। ਤੇ ਜਿੱਦਾਂ ਹੀ ਉਹ ਸਾਰੀ ਹਵਾ ਬਾਹਰ ਨਿਕਲਦੀ ਆ, ਸਰਾਊਂਡਿੰਗ ਦੇ ਕੰਟੈਕਟ ਆਈ, ਹੀਟ ਬਾਹਰ ਛੱਡੀ, ਤੁਸੀਂ ਨੋਟ ਕਰੋ ਉਹ ਹਵਾ ਇੱਕਦਮ ਠੰਡੀ ਲੱਗਦੀ ਆ। ਕਲੀਅਰ ਹੈ ਗੱਲ ਜੋ ਦੱਸਦਾ ਪਿਆ? Yes, sir. Yes, sir. Yes, sir. एग्जांपल क्लियर? Yes, sir. Yes, sir. ਇਹਦੀ ਇੱਕ ਸੈਕਿੰਡ ਐਗਜ਼ਾਮਪਲ ਹੈਗੀ ਆ ਸਾਊਂਡ ਦਾ, ਸਾਊਂਡ ਦੀ 에ਅਰ ਚ ਪ੍ਰੋਪੇਗੇਸ਼ਨ। ਆ ਮੈਂ ਬੋਲਦਾ ਪਿਆ, ਸਾਊਂਡ 에ਅਰ ਚ ਜਦੋਂ ਪ੍ਰੋਪੇਗੇਟ ਕਰਦੀ ਆ, ਹਨਾ, ਉਹ ਕਹਿੰਦਾ ਜੀ ਇਟ ਇਜ਼ ਆਲਸੋ ਵਨ ਆਫ ਦਾ ਐਡੀਆਬੈਟਿਕ ਐਕਸਪੈਂਸ਼ਨ। ਇਹ ਵੀ ਐਡੀਆਬੈਟਿਕ ਪ੍ਰੋਸੈਸ ਆ। ਕਿਦਾਂ ਅਸੀਂ ਕਹਿੰਦੇ ਸਾਊਂਡ 에ਅਰ ਚ ਜਦੋਂ ਟਰੈਵਲ ਕਰਦੀ ਆ ਨਾ, ਇਹ ਲੌਂਗੀਟਿਊਡਨਲ ਵੇਵ ਦੀ ਫਾਰਮ ਚ ਟਰੈਵਲ ਕਰਦੀ ਆ। 10th ਵਿੱਚ 9th ਵਿੱਚ ਪੜਿਆ ਹੋਇਆ ਸੀ, ਇੱਕ ਟਰਾਂਸਵਰਸ ਵੇਵ ਹੁੰਦੀਆਂ, ਇੱਕ ਲੌਂਗੀਟਿਊਡਨਲ ਵੇਵ ਹੁੰਦੀ ਆ। ਟਰਾਂਸਵਰਸ ਵੇਵ ਦੇ ਐਗਜ਼ਾਮਪਲ ਇਸ ਵੇਲੇ ਨਹੀਂ ਲੈ ਕੇ ਚੱਲਾਂਗਾ, ਉਹਦੀ ਗੱਲ ਛੱਡ ਰਿਹਾ। ਜਿਹੜੀ ਲੌਂਗੀਟਿਊਡਨਲ ਵੇਵ ਆ ਉਹ ਚ ਅਸੀਂ ਡਿਫਾਈਨ ਇਹ ਕਰਦੇ ਸੀ, ਮੀਡੀਅਮ ਚ ਜਦੋਂ ਪਾਰਟੀਕਲ ਟਰੈਵਲ ਕਰਦੇ ਆ, ਡਿਸਟਰਬੈਂਸ ਮੀਡੀਅਮ ਚ ਜਦੋਂ ਟਰੈਵਲ ਕਰਦੀ ਆ, ਤੇ ਡਾਇਰੈਕਸ਼ਨ ਆਫ ਵਾਈਬ੍ਰੇਸ਼ਨ ਆਫ ਦਾ ਪਾਰਟੀਕਲ ਐਂਡ ਪ੍ਰੋਪੇਗੇਸ਼ਨ ਆਫ ਦਾ ਵੇਵ। ਠੀਕ ਹੈ, ਜੇ ਮੈਂ ਇੱਕ ਸਟ੍ਰਿੰਗ ਲੈ ਕੇ, ਜੇ ਆ ਇੱਕ ਰੱਸੀ ਲੈ ਕੇ ਦੋਨੋਂ ਪਾਸੇ ਬੰਨ ਦਵਾਂ ਔਰ ਇਹਨੂੰ ਇਹਦੇ ਇੱਕ ਪੁਆਇੰਟ ਤੇ ਮੈਂ ਇੱਥੇ ਪਲੱਗ ਕਰਕੇ ਛੱਡਾਂ, ਤੇ ਮੈਂ ਨੋਟ ਕਰਾਂਗਾ ਡਿਸਟਰਬੈਂਸ ਇੱਥੇ 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 ਸਾਰੀ ਥਾਂ ਤੇ ਅੱਗੇ ਤੋਂ ਅੱਗੇ ਚੱਲਦੀ ਪਈ ਹੈ। ਪਾਰਟੀਕਲ ਆਪਣੀ ਥਾਂ ਤੇ ਜਦੋਂ ਵਾਈਬ੍ਰੇਟ ਕਰਦਾ ਹੈ ਨਾ, ਮੈਂ ਟਰਾਂਸਵਰਸ ਦੀ ਐਗਜ਼ਾਮਪਲ ਵੀ ਐਡ ਕਰਨ ਲੱਗਿਆ। ਪਾਰਟੀਕਲ ਆਪਣੀ ਥਾਂ ਤੇ ਜਦੋਂ ਵਾਈਬ੍ਰੇਟ ਕਰਦਾ, ਉਹ ਅਪ ਐਂਡ ਡਾਊਨ ਕਰਦਾ ਪਿਆ, ਆਪਣੀ ਥਾਂ ਤੇ ਖੜਾ ਵਾਈਬ੍ਰੇਟ ਕਰਦਾ ਪਿਆ ਅਪ ਐਂਡ ਡਾਊਨ, ਪਰ ਡਿਸਟਰਬੈਂਸ ਅੱਗੇ ਨੂੰ ਜਾਂਦੀ ਪਈ ਹੈ। ਇਹਦਾ ਮਤਲਬ ਪਾਰਟੀਕਲ ਦੇ ਵਾਈਬ੍ਰੇਟ ਕਰਨ ਦੀ ਡਾਇਰੈਕਸ਼ਨ ਤੇ ਪ੍ਰੋਪੇਗੇਟ ਕਰਨ ਦੀ ਡਿਸਟਰਬੈਂਸ ਦੀ ਡਾਇਰੈਕਸ਼ਨ। ਪਾਰਟੀਕਲ ਆਪਣੀ ਥਾਂ ਤੇ ਖੜ ਕੇ ਹਿੱਲਦਾ ਤੇ ਡਿਸਟਰਬੈਂਸ ਅੱਗੇ ਤੋਂ ਅੱਗੇ ਜਾਂਦੀ। ਜੇ ਇਹ ਦੋ ਚੀਜ਼ਾਂ ਇੱਕ ਦੂਜੇ ਦੇ ਪਰਪੈਂਡੀਕੂਲਰ ਚੱਲਦੀਆਂ ਤੇ ਇਹ ਟਰਾਂਸਵਰਸ ਵੇਵ ਆ। ਤੇ ਜੇ ਮੇਰੇ ਕੋਲ ਵਾਈਬ੍ਰੇਸ਼ਨ ਜਿਹੜੀਆਂ ਨੇ, ਠੀਕ ਹੈ ਜੀ, ਤੇ ਜੇ ਮੇਰੇ ਕੋਲ ਡਿਸਟਰਬੈਂਸ ਆਫ ਵੇਵ ਜਿਹੜੀ ਆ, ਜੇ ਦੋਨੋਂ ਚੀਜ਼ਾਂ ਸੇਮ ਡਾਇਰੈਕਸ਼ਨ ਚ ਟਰੈਵਲ ਕਰਦੀਆਂ ਤੇ ਅਸੀਂ ਕਹਿੰਦੇ ਜੀ ਉਹ ਲੌਂਗੀਟਿਊਡਨਲ ਵੇਵ ਆ। ਕਿਆ ਇੰਨੀ ਗੱਲ ਪਹਿਲਾਂ ਸਮਝ ਲੱਗੀ? Yes, sir. Yes, Yes, sir. sir. Yes, sir. Yes, sir. ਚਲੋ, ਲੌਂਗੀਟਿਊਡਨਲ ਵੇਵ ਚ ਅਸੀਂ ਡਿਫਾਈਨ ਕਰਦੇ ਆ, ਮੀਡੀਅਮ ਚ ਕੰਪਰੈਸ਼ਨ ਤੇ ਰੇਅਰਫੈਕਸ਼ਨ ਬਣਦੀਆਂ ਨੇ। ਸਾਊਂਡ ਵੇਵ ਇਹਦੀ ਇੱਕ ਐਗਜ਼ਾਮਪਲ ਆ ਮੇਰੇ ਕੋਲ ਕਿ ਜਦੋਂ ਸਾਊਂਡ ਟਰੈਵਲ ਕਰਦੀ ਆ ਮੀਡੀਅਮ ਚ, ਇਸ ਵੇ ਨਾਲ ਕੰਪਰੈਸ਼ਨ ਰੇਅਰਫੈਕਸ਼ਨ ਜਿਹੜੀ ਹਾਈ ਡੈਂਸਿਟੀ ਤੇ ਲੋ ਡੈਂਸਿਟੀ ਰੀਜਨ ਬਣਦੇ ਆ। ਜਿੱਥੇ ਪਾਰਟੀਕਲ ਨਾਰਮਲ ਤੋਂ ਕਲੋਜ਼ ਆਉਂਦੇ, ਅਸੀਂ ਕਹਿੰਦੇ ਜੀ ਇਹ ਕੰਪਰੈਸ਼ਨ ਦਾ ਰੀਜਨ ਆ, ਇਹ ਹਾਈ ਪ੍ਰੈਸ਼ਰ ਰੀਜਨ ਆ। ਠੀਕ ਹੈ, ਜਿੱਥੇ ਪਾਰਟੀਕਲ ਨਾਰਮਲ ਤੋਂ ਅਵੇ ਬੈਠਦੇ ਨੇ, ਅਸੀਂ ਕਹਿੰਦੇ ਜੀ ਉਹ ਰੇਅਰਫੈਕਸ਼ਨ ਦਾ ਰੀਜਨ। ਤੇ ਜਦੋਂ ਕੰਪਰੈਸ਼ਨ ਰੇਅਰਫੈਕਸ਼ਨ ਹੁੰਦੀ ਪਈ ਆ, ਹਨਾ, ਇਮਲ ਕੰਪਰੈਸ਼ਨ ਐਕਸਪੈਂਸ਼ਨ ਗੈਸ ਦੇ ਫਾਰਮ ਚ ਜਦੋਂ ਸਾਊਂਡ ਟਰੈਵਲ ਕਰਦੀ ਆ 에ਅਰ ਦੇ ਵਿੱਚ, ਤੇ ਉਹ 에ਅਰ ਗੈਸ ਦੀ ਕੰਪਰੈਸ਼ਨ ਤੇ ਰੇਅਰਫੈਕਸ਼ਨ ਕਰਦੀ ਆ, ਯਾਨੀ ਕੰਪਰੈਸ਼ਨ ਤੇ ਐਕਸਪੈਂਸ਼ਨ ਕਰਦੀ ਆ। ਉਸ ਮੂਮੈਂਟ ਤੇ ਅਸੀਂ ਮੰਨ ਕੇ ਚੱਲਦੇ ਆ ਕਿ ਜਿਹੜੀ 에ਅਰ ਆ ਉਹ ਇਨਸੂਲੇਟਰ ਆ, ਤੇ ਜੇ 에ਅਰ ਇਨਸੂਲੇਟਰ ਆ ਤੇ 에ਅਰ ਹੀਟ ਐਕਸਚੇਂਜ ਨਹੀਂ ਕਰਦੀ। ਇਹਦਾ ਮਤਲਬ ਕੰਪਰੈਸ਼ਨ ਵੇਲੇ ਜਿਹੜੀ ਹੀਟ ਮੇਰੇ ਕੋਲ ਸਿਸਟਮ ਦੇ ਅੰਦਰ ਆਈ ਆ, ਜਿਹੜਾ ਟੈਂਪਰੇਚਰ ਕੰਪਰੈਸ਼ਨ ਚ ਵਧਿਆ ਵਾ, ਰੇਅਰਫੈਕਸ਼ਨ ਵੇਲੇ ਜਿਹੜਾ ਟੈਂਪਰੇਚਰ ਘਟਿਆ ਵਾ, ਇਹ ਆਪਸ ਦੇ ਵਿੱਚ ਹੀਟ ਐਕਸਚੇਂਜ ਨਹੀਂ ਕਰ ਸਕਦੇ ਕਿਉਂਕਿ 에ਅਰ ਇਨਸੂਲੇਟਰ ਆ। ਇਹਦਾ ਮਤਲਬ ਹੋ ਗਿਆ ਫਿਰ ਸਾਊਂਡ ਜਦੋਂ 에ਅਰ ਦੇ ਵਿੱਚ ਕੰਪਰੈਸ਼ਨ ਤੇ ਰੇਅਰਫੈਕਸ਼ਨ ਦੀ ਫਾਰਮ ਚ ਟਰੈਵਲ ਕਰਦੀ ਹੈ ਨਾ, ਤੇ ਉਹ ਉਸ ਮੂਮੈਂਟ ਤੇ ਆਪਣੀ ਹੀਟ ਦਾ ਕਿਸੇ ਨਾਲ ਐਕਸਚੇਂਜ ਨਹੀਂ ਕਰਦੀ, ਜਿਹਦੇ ਕਰਕੇ ਅਸੀਂ ਮੰਨਦੇ ਕਿ ਸਾਊਂਡ ਦੀ ਪ੍ਰੋਪੇਗੇਸ਼ਨ 에ਅਰ ਦੇ ਵਿੱਚ ਜਿਹੜੀ ਆ ਉਹ ਅੰਡਰ ਐਡੀਆਬੈਟਿਕ ਕੰਡੀਸ਼ਨ ਹੁੰਦੀ ਹੈ। ਕੀ ਗੱਲ ਸਮਝ ਲੱਗੀ? तो बच्चे Yes, sir. बेटा Yes. Sir.
Yes. हाँ जी सर बस इसमें हीट तो है ही नहीं किच जी सर साउंड में ਓਏ ਲਾਡੇ ਜਦੋਂ ਮੈਂ ਬੋਲਦਾ ਪਿਆ ਇਹਦਾ ਮਤਲਬ ਮੈਂ એનર્ਜੀ ਜਿਹੜੀ ਨਾਲ ਪਾਰਟੀਕਲ ਥਰੋ ਕਰਦਾ ਪਿਆ ਹਨਾ ਉਹ ਅਗਲੇ ਨੂੰ ਹਿਲਾਉਂਦੇ ਅਗਲੇ ਨੂੰ ਹਿਲਾਉਂਦੇ ਅਗਲੇ ਨੂੰ ਹਿਲਾ ਰਹੇ ਤੇ ਇਸ ਪ੍ਰੋਸੈਸ ਦੇ ਅੰਦਰ ਕੀ ਹੋ ਰਿਹਾ ਗੈਸ ਦੇ ਪਾਰਟੀਕਲ ਨਾਰਮਲ ਤੋਂ ਕਿਸੇ ਥਾਂ ਤੇ ক্লোਜ਼ ਆਏ ਤੇ ਜਿੱਥੇ ক্লোਜ਼ ਆਏ ਉੱਤੇ ਹਾਈ ਪ੍ਰੈਸ਼ਰ ਬਣਿਆ यस सर ਤੇ ਜਿੱਥੇ ਹਾਈ ਪ੍ਰੈਸ਼ਰ ਆਇਆ ਇਹਦਾ ਮਤਲਬ ਉੱਤੇ ਗੈਸ ਮੋਲੀਕਿਊਲ ਜਿਹੜੇ ਨੇ ਉਹ ਜ਼ਿਆਦਾ ਕੋਲਾਈਡ ਕਰੂਗੇ यस सर ਤੇ ਜੇ ਕੋਲਾਈਡ ਜ਼ਿਆਦਾ ਕਰੂਗੇ ਤਾਂ ਉੱਤੇ ਟੈਂਪਰੇਚਰ ਵਧੂਗਾ ਹੀ यस सर ਪਰ ਬੇਟਾ ਇਹ ਵੇਰੀਏਸ਼ਨ ਇੰਨੀਆਂ ਕਿ ਨੈਗਲੀਜੀਬਲ ਨੇ ਕਿ ਆਪਾਂ ਇਹਨੂੰ ਐਸ ਸੱਚ ਕੰਸੀਡਰ ਨਹੀਂ ਕਰਦੇ ਬਟ ਆਪਣੇ ਆਪ ਚ ਸਾਊਂਡ ਦੀ ਪ੍ਰੋਪੇਗੇਸ਼ਨ ਦੇ ਅੰਦਰ ਕੰਪਰੈਸ਼ਨ ਤੇ ਰੇਅਰਫੈਕਸ਼ਨ ਦੀ ਫਾਰਮੇਸ਼ਨ ਤਾਂ ਹੁੰਦੀ ਪਈ ਹੈ ਨਾ हाँ जी सर ਇਸ ਲਈ ਫਿਰ ਉਸ ਮੂਮੈਂਟ ਤੇ ਅਸੀਂ ਕਹਿੰਦੇ ਜੇ ਪ੍ਰੈਸ਼ਰ ਵੇਰੀ ਕਰ ਰਿਹਾ ਤੇ ਉਹਦੇ ਕੋਰਸਪੋਂਡਿੰਗ ਟੈਂਪਰੇਚਰ ਵੀ ਵੇਰੀ ਕਰ ਰਿਹਾ ਪਰ ਉਹ ਹੀਟ ਕਿਤੇ ਵੀ ਸਰਾਊਂਡਿੰਗ ਦੀ ਆਪਸ ਵਿੱਚ ਕੰਪਰੈਸ਼ਨ ਤੇ ਰੇਅਰਫੈਕਸ਼ਨ ਚ ਐਕਸਚੇਂਜ ਨਹੀਂ ਹੋ ਪਾਉਂਦੀ ਕਿਉਂਕਿ 에ਅਰ ਆਪਣੇ ਆਪ ਚ ਇਨਸੂਲੇਟਿੰਗ ਆ ਇਸ ਕਰਕੇ ਅਸੀਂ ਕਹਿੰਦੇ ਫਿਰ ਉਹ ਇਨਸੂਲੇਟਿੰਗ ਮੀਡੀਅਮ ਦੇ ਅੰਦਰ ਕੰਪਰੈਸ਼ਨ ਤੇ ਐਕਸਪੈਂਸ਼ਨ ਦਾ ਪ੍ਰੋਸੈਸ ਜਿਹੜਾ ਵਾ ਹਨਾ ਉਹ ਅੰਡਰ ਐਡੀਆਬੈਟਿਕ ਕੰਡੀਸ਼ਨ ਹੋਏਗਾ यस सर ਇਸ ਲਈ ਕਹਿੰਦੇ ਜੀ ਕਲੀਅਰ ਐਗਜ਼ਾਮਪਲ